ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਯੁੱਗਾਂ ਤੋਂ ਕਾਫਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ। बट जदों मेरी वारी आई फायरिंग करन दी तो वो ऑलमोस्ट वही टाइम सीगा। सो मैं उस टाइम काफ़ी रो रही सी, एक भी बुलेट मेरी लगी नहीं। शहादत पाण तो पहला 2 टैररिस्ट मारे सीगे, फिर एक जिहड़ा पिछों भज रिहा सी जांदे जांदे उन्हें जिहड़ी गोली मारी सो वो इन्हां दे लग गई। मैं हमेशा सोचती सी मेरे नाल क्यों। ਭਾਵੇਂ 24.5 ਸਾਲ ਦੀ ਸਰਵਿਸ ਕਰਕੇ ਮੈਂ ਰਿਟਾਇਰ ਹੋ ਗਈ ਹਾਂ, ਪਰ ਮੈਂ ਇੰਨਾ ਕਹਾਂਗੀ ਕਿ ਵਨਸ ਅ ਫੌਜੀ ਇਜ਼ ਆਲਵੇਜ਼ ਅ ਫੌਜੀ। ਇਟਸ ਇਨ ਆ ਬਲੱਡ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇ ਖਾਸ ਪ੍ਰੋਗਰਾਮ ਜ਼ਿੰਦਗੀ ਦੇ ਨਾਮ ਦੇ ਸਾਡੇ ਅੱਜ ਦੇ ਖਾਸ ਮਹਿਮਾਨ ਨੇ ਲੈਫਟੀਨੈਂਟ ਕਰਨਲ ਰਵਿੰਦਰਜੀਤ ਕੌਰ ਰੰਧਾਵਾ ਸਾਡੇ ਨਾਲ ਨੇ, ਜਿਨ੍ਹਾਂ ਨੂੰ ਰੋਮੀ ਰੰਧਾਵਾ ਵੀ ਕਿਹਾ ਜਾਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਜੀ। ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਯੁੱਗਾਂ ਤੋਂ ਕਾਫਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ। ਡਾਕਟਰ ਸੁਰਜੀਤ ਪਾਤਰ ਦੀਆਂ ਇਹ ਲਾਈਨਾਂ ਮੈਂ ਲੈਫਟੀਨੈਂਟ ਕਰਨਲ ਰਵਿੰਦਰਜੀਤ ਕੌਰ ਰੰਧਾਵਾ ਜੀ ਨੂੰ ਸਮਰਪਿਤ ਕਰਨਾ ਚਾਹਾਂਗੀ, ਕਿਉਂਕਿ ਸਾਨੂੰ ਮਾਣ ਹੈ ਇਹਨਾਂ ਤੇ। ਇਹ ਭਾਰਤ ਦੀ ਪਹਿਲੀ ਉਹ ਵੀਰ ਨਾਰੀ ਨੇ ਜਿਨ੍ਹਾਂ ਨੇ ਆਪਣੇ ਪਤੀ ਨੂੰ ਸ਼ਹੀਦ ਕਰਵਾਉਣ ਤੋਂ ਬਾਅਦ ਉਸੇ ਜਜ਼ਬੇ ਦੇ ਨਾਲ, ਦੇਸ਼ ਲਈ ਮਰ ਮਿਟਣ ਵਾਲੀ ਭਾਵਨਾ ਦੇ ਨਾਲ ਆਰਮੀ ਦੇ ਵਿੱਚ ਨੌਕਰੀ ਕੀਤੀ ਔਰ ਦਹਾਕਿਆਂ ਦੀ ਨੌਕਰੀ ਤੋਂ ਬਾਅਦ ਅੱਜ ਇਹ ਰਿਟਾਇਰ ਹੋਏ ਨੇ। ਤੇ ਅੱਜ ਉਹੀ ਦਿਨ ਹੈ ਜਦੋਂ 17 ਜੂਨ 1997 ਨੂੰ ਇਹਨਾਂ ਦੇ ਪਤੀ ਨੇ ਕਸ਼ਮੀਰ ਦੇ ਅਨੰਤਨਾਗ ਦੇ ਵਿੱਚ ਸ਼ਹਾਦਤ ਦਿੱਤੀ ਸੀ। ਇੱਕ ਹੋਰ ਗੱਲ ਜਿਹੜੀ ਸ਼ਾਇਦ ਸਾਰਿਆਂ ਨੂੰ ਨਹੀਂ ਪਤਾ ਹੋਣੀ ਕਿ ਸਾਡਾ ਪੰਜਾਬ ਹੀ ਉਹ ਸੂਬਾ ਹੈ ਜਿੱਥੇ ਭਾਰਤ ਦੀਆਂ ਸਭ ਤੋਂ ਵੱਧ ਵੀਰ ਨਾਰੀਆਂ ਨੇ, ਤੇ ਪੰਜਾਬ ਹੀ ਉਹ ਸੂਬਾ ਹੈ ਜਿਹੜਾ ਭਾਰਤੀ ਫੌਜ ਨੂੰ ਸਭ ਤੋਂ ਵੱਧ ਫੌਜੀ ਦਿੰਦਾ ਹੈ। ਸਭ ਤੋਂ ਵੱਧ ਸ਼ਹਾਦਤਾਂ ਵੀ ਸਾਡੇ ਸੂਬੇ ਦੇ ਨਾਮ ਨੇ ਤੇ ਸਭ ਤੋਂ ਵੱਧ ਫੌਜੀ ਵੀ ਸਾਡੇ ਸੂਬੇ ਤੋਂ ਹੀ ਬਾਰਡਰਾਂ ਤੇ ਜਾਂਦੇ ਨੇ, ਆਰਮੀ ਦੇ ਵਿੱਚ ਆਪਣੀ ਸੇਵਾ ਦਿੰਦੇ ਨੇ। ਉਹਨਾਂ ਸਾਰਿਆਂ ਨੂੰ ਅਸੀਂ ਸਲਾਮ ਕਰਦੇ ਹਾਂ ਤੇ ਸਾਰੀਆਂ ਵੀਰ ਨਾਰੀਆਂ ਨੂੰ ਵੀ ਅਸੀਂ ਸਲਾਮ ਕਰਦੇ ਹਾਂ। ਰਵਿੰਦਰ ਜੀ, ਸਭ ਤੋਂ ਪਹਿਲਾਂ ਮੈਂ ਜਾਣਾਂਗੀ ਕਿ ਅੱਜ ਦੇ ਦਿਨ ਦੀ ਵੀ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ 17 ਜੂਨ ਹੈ। ਉਹ ਦਿਨ ਹੈ ਜਿਸ ਦਿਨ ਇਹਨਾਂ ਦੇ ਪਤੀ ਅਤੇ ਮੇਜਰ ਸੁਖਵਿੰਦਰਜੀਤ ਸਿੰਘ ਰੰਧਾਵਾ ਸ਼ਹੀਦੀ ਪਾ ਗਏ ਸਨ 1997 ਦੇ ਵਿੱਚ। ਅੱਜ 26 ਸਾਲ ਬਾਅਦ ਉਹੀ ਦਿਨ ਹੈ। ਤੁਸੀਂ ਕਿਵੇਂ ਉਸ ਦਿਨ ਨੂੰ ਯਾਦ ਕਰੋਗੇ ਜਾਂ ਤੁਹਾਨੂੰ ਕੀ ਯਾਦ ਆ ਰਿਹਾ 26 ਸਾਲ ਪਹਿਲਾਂ ਵਾਲਾ ਉਹ ਵਾਕਿਆ? ਜ਼ਰੂਰ ਸੁਣਨਾ ਚਾਹਾਂਗੇ। 26 ਸਾਲ ਹੋ ਗਏ ਮਤਲਬ ਬਿਨਾਂ ਇਹਨਾਂ ਤੋਂ। ਸੋ ਇਹ ਤਾਂ ਬਹੁਤ ਹੀ ਡਿਫਿਕਲਟ ਟਾਈਮ ਸੀਗਾ ਔਰ ਉਹ ਦਿਨ ਖਾਸ ਕਰਕੇ ਜਿੱਦਣ ਇਹ ਨਿਊਜ਼ ਆਈ ਉਹ ਬਹੁਤ ਹੀ ਅਨਐਕਸਪੈਕਟਿਡ ਡੇ ਸੀਗਾ ਕਿ ਇੱਕਦਮ ਤੁਸੀਂ ਫੋਨ ਵੇਟ ਕਰ ਰਹੇ ਜੇ ਕਿ ਤੁਹਾਡਾ ਉਸ ਟਾਈਮ ਸਾਡਾ ਕਾਲ ਕਰਨ ਦਾ ਟਾਈਮ ਹੁੰਦਾ ਸੀਗਾ ਸਵੇਰੇ ਤੇ ਘੰਟੀ ਵੱਜੀ ਤੇ ਮੇਰੀ ਸਿਸਟਰ ਕਹਿੰਦੀ ਜਿਨ੍ਹਾਂ ਦੇ ਘਰ ਮੈਂ ਰਹਿ ਰਹੀ ਸੀਗੀ ਤੇ ਉਹ ਕਹਿੰਦੇ ਕਿ ਤੇਰਾ ਹੀ ਫੋਨ ਆਉਣਾ, ਤੂੰ ਚੱਕ ਲੈ। ਸੋ ਮੈਂ ਗਈ ਐਂਡ ਫੋਨ ਚੱਕਿਆ ਤੇ ਅੱਗੋਂ ਕਿਸੇ ਅਨਨੋਨ ਬੰਦੇ ਦੀ ਆਵਾਜ਼ ਆਈ ਜਿਹਨੂੰ ਮੈਂ ਨਹੀਂ ਸੀ ਪਛਾਣਦੀ ਤੇ ਉਹ ਕਹਿੰਦੇ ਘਰ ਕੋਈ ਵੱਡਾ ਹੈਗਾ ਹੈ। ਤੇ ਮੈਂ ਕਿਹਾ ਕਿ ਘਰ ਤਾਂ ਮੇਰੀ ਸਿਸਟਰ ਹੀ ਹੈ। ਕਹਿੰਦੇ ਨਹੀਂ, ਕੋਈ ਮੇਲ ਮੈਂਬਰ ਹੈਗਾ ਹੈ। ਮੇਰੇ ਜੀਜਾ ਜੀ ਸ਼ਿਪ ਤੇ ਗਏ ਸੀਗੇ ਤੇ ਘਰ ਅਸੀਂ ਸਾਰੀਆਂ ਲੇਡੀਜ਼ ਹੀ ਸੀਗੀਆਂ, ਮੈਂ, ਮੇਰੀ ਸਿਸਟਰ, ਉਹਨਾਂ ਦੀਆਂ 2 ਬੇਟੀਆਂ, ਮੇਰੀ 1 ਬੇਟੀ ਸੇ। ਮੈਂ ਕਿਹਾ ਵੱਡੇ ਤਾਂ ਮੇਰੇ ਸਿਸਟਰ ਹੀ ਨੇ ਘਰ। ਤੇ ਕਹਿੰਦੇ ਉਹਨਾਂ ਨਾਲ ਗੱਲ ਕਰਾ ਦਿਓ। ਉਹਨਾਂ ਨੂੰ ਇਹਨਾਂ ਨੇ ਨਿਊਜ਼ ਬ੍ਰੇਕ ਕੀਤੀ, ਯੂਨਿਟ ਵਾਲਿਆਂ ਨੇ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਤੇ
ਉਹਨਾਂ ਨੂੰ ਵੀ ਸ਼ਾਇਦ ਇਸ ਤਰ੍ਹਾਂ ਬ੍ਰੇਕ ਕੀਤੀ ਕਿ ਗੋਲੀ ਲੱਗੀ ਹੈ ਬਟ ਠੀਕ ਹੈ। ਅੱਛਾ, ਸੋ ਹਾਂ, ਪੂਰਾ ਨਹੀਂ ਦੱਸਿਆ ਕਿ ਤੁਸੀਂ ਚੰਡੀਗੜ੍ਹ ਆ ਜਾਓ, ਅਸੀਂ ਕਮਾਂਡ ਹਸਪੀਟਲ ਸ਼ਿਫਟ ਕਰ ਰਹੇ ਹਾਂ ਉਹਨਾਂ ਨੂੰ। ਅੱਛਾ, ਕਿੱਥੇ ਉਹਨਾਂ ਦੀ ਕਿੱਥੇ ਤੈਨਾਤੀ ਸੀ? ਉਹਨਾਂ ਦੀ ਅਨੰਤਨਾਗ ਸੀਗੀ, ਸ਼੍ਰੀਨਗਰ ਦੇ ਵਿੱਚ ਸ਼ੋਫੀਆਂ ਪਿੰਡ ਦੇ ਲਾਗੇ। ਬਹੁਤ ਹੀ ਸੈਂਸਿਟਿਵ ਏਰੀਆ ਉਦੋਂ ਬਹੁਤ ਹੀ ਸੈਂਸਿਟਿਵ ਏਰੀਆ ਸੀ, ਉਦੋਂ ਹੱਬ ਸੀਗਾ ਇਹ, ਮਤਲਬ ਟੈਰਰਿਜ਼ਮ ਦਾ ਜੀ। ਸੋ ਹੁਣ ਮੇਰੀ ਸਿਸਟਰ ਨੂੰ ਸਮਝ ਨਹੀਂ ਆ ਰਿਹਾ, 6 ਸਾਲ ਹੀ ਵੱਡੀ ਹੈ ਮੇਰੇ ਨਾਲ ਉਹ। ਸੋ ਹੁਣ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ। ਫਿਰ ਫਟਾਫਟ ਉਹਨਾਂ ਨੇ ਮੇਰੇ ਫਾਦਰ ਇਨ ਲਾਅ ਨਾਲ ਗੱਲ ਕੀਤੀ, ਕਿਉਂਕਿ ਫੋਨ ਪਹਿਲਾਂ ਮੇਰੇ ਕੋਲ ਆਇਆ ਸੀ। ਨੈਕਸਟ ਆਫ ਕਿਨ ਹੁੰਦਾ ਹੈ ਆਰਮੀ ਦੇ ਵਿੱਚ, ਜਿਹਦੇ ਵਿੱਚ ਲਿਖਿਆ ਜਾਂਦਾ ਕਿ ਕੁਝ ਵੀ ਹੋਵੇ ਤੇ ਮੇਰੇ ਨੈਕਸਟ ਆਫ ਕਿਨ ਨੂੰ ਦੱਸਿਆ ਜਾਵੇ। ਠੀਕ ਹੈ। ਤੋ ਉਹਨਾਂ ਲਈ ਵੀ ਇਹ ਸ਼ੌਕਿੰਗ ਸੀਗਾ ਤੇ ਉਹਨਾਂ ਨੇ ਫਟਾਫਟ ਪਤਾ ਕੀਤਾ। ਉਹਨਾਂ ਦੇ ਬ੍ਰਦਰ ਉੱਥੇ ਪੋਸਟਡ ਸੀਗੇ ਤੇ ਉਹਨਾਂ ਨੂੰ ਸ਼ਾਇਦ ਪੂਰੀ ਗੱਲ ਪਤਾ ਲੱਗ ਗਈ। ਸੋ ਬਾਏ ਦੈਟ ਟਾਈਮ ਅਸੀਂ ਮਤਲਬ ਗੱਡੀ ਚਲਾਉਣ ਦੀ ਸਥਿਤੀ ਵਿੱਚ ਕੋਈ ਵੀ ਨਹੀਂ ਸੀਗਾ। ਜਲੰਧਰ ਤੋਂ ਜਾਣਾ ਸੀ ਅਸੀਂ ਚੰਡੀਗੜ੍ਹ। ਮਤਲਬ ਤੁਹਾਨੂੰ ਪਤਾ ਲੱਗ ਚੁੱਕਿਆ ਸੀ ਕਿ ਕੁਝ ਵਾਪਰ ਗਿਆ ਬਟ ਫਿਰ ਇੱਕ ਉਹ ਉਮੀਦ ਹੁੰਦੀ ਹੈ ਨਾ ਕਿ ਸ਼ਾਇਦ ਜੋ ਅਸੀਂ ਸੁਣਿਆ ਉਹ ਗਲਤ ਹੈ। ਇੱਕ ਉਮੀਦ ਰਹਿੰਦੀ ਹੈ ਕਿ ਸ਼ਾਇਦ ਜੋ ਸਾਨੂੰ ਦੱਸਿਆ ਗਿਆ ਉਹ ਗਲਤ ਹੈ ਐਂਡ ਇੱਕ ਫਿਰ ਵੀ ਉਹ ਫਿੰਗਰ ਕ੍ਰਾਸ ਰਹਿੰਦੀ ਹੈ ਕਿ ਨਹੀਂ, ਇਦਾਂ ਨਹੀਂ ਹੋ ਸਕਦਾ, ਮੇਰੇ ਨਾਲ ਇਦਾਂ ਨਹੀਂ ਹੋ ਸਕਦਾ। ਸੋ ਮੇਰੀ ਸਿਸਟਰ ਨੇ ਆਪਣੇ ਪੜੋਸੀਆਂ ਨੂੰ ਕਿਹਾ, ਉਹਨਾਂ ਨੇ ਆਪਣੀ ਗੱਡੀ ਡਰਾਈਵਰ ਦਿੱਤਾ ਤੇ ਉਹ ਸਾਨੂੰ ਫਿਰ ਚੰਡੀਗੜ੍ਹ ਛੱਡਿਆ ਉਹਨਾਂ ਨੇ। ਐਂਡ ਬਾਏ ਦੈਟ ਟਾਈਮ ਤਾਂ ਮਤਲਬ ਘਰ ਸਭ ਨੂੰ ਪਤਾ ਚੱਲ ਗਿਆ ਸੀ ਬਟ ਸਟਿਲ ਜਦ ਤੱਕ ਤੁਸੀਂ ਦੇਖਦੇ ਨਹੀਂ ਸੀ ਤੇ ਇੱਕ ਉਹ ਹੋਪ ਸੀਗੀ। ਹਾਂਜੀ, ਕਿੰਨੀ ਉਮਰ ਕਿੰਨੀ ਸੀ ਉਹਨਾਂ ਦੀ ਤੇ ਤੁਹਾਡੀ ਉਸ ਵਕਤ? ਉਹਨਾਂ ਦੀ 32 ਸਾਲ ਤੇ ਮੇਰੀ 28 ਸਾਲ। ਬਹੁਤ ਛੋਟੀ। ਹਾਂਜੀ। ਸੋ ਤੇ ਬੱਚੀ ਕਿੰਨੇ ਸਾਲ ਦੀ ਸੀ? ਬੇਟੀ ਮੇਰੀ ਸਿਮਰਨ ਉਦੋਂ 1.5 ਸਾਲ ਦੀ ਸੀ, ਪੂਰੀ 1.5 ਸਾਲ ਦੀ ਸੀਗੀ ਉਹ ਉਸ ਟਾਈਮ ਤੇ। ਤੁਸੀਂ ਆਪਣੇ ਮਤਲਬ ਭੈਣ ਦੇ ਘਰ ਵੈਸੇ ਹੀ ਗਏ ਹੋਏ ਸੀ ਮਿਲਣ ਗਿਲਣ, ਜਾਂ ਫਿਰ ਉੱਥੇ ਹੀ ਰਹਿੰਦੇ ਸੀ? ਨਹੀਂ, ਮੈਂ ਉੱਥੇ ਹੀ ਰਹਿ ਰਹੀ ਸੀ ਕਿਉਂਕਿ ਜਦੋਂ ਸਿਮਰਨ ਪੈਦਾ ਹੋਈ ਸੀ, ਸਿਮਰਨ ਦਾ ਵੀ ਇੱਕ ਪੈਦਾਇਸ਼ੀ ਦਾ ਸਟੋਰੀ ਹੈ ਕਿ ਉਹ ਵੀਕ ਮਤਲਬ ਉਹ ਪ੍ਰੀ ਮੈਚੁਰ ਸੀਗੀ, 7ਵੇਂ ਮਹੀਨੇ 'ਚ ਹੋ ਗਈ ਸੀਗੀ, 7ਵੇਂ ਮਹੀਨੇ 'ਚ ਜਾਂ 8ਵੇਂ ਮਹੀਨੇ 'ਚ ਹੋ ਗਈ ਸੀਗੀ। ਤੇ ਉਹ ਬਹੁਤ ਹੀ ਵੀਕ ਸੀਗੀ, ਮਤਲਬ 1.5 ਕਿਲੋ ਤੋਂ ਵੀ ਘੱਟ ਸੀਗੀ। ਸੋ ਉਹਨੂੰ ਇੱਕ ਕਨਸਟੈਂਟ ਲਗਾਤਾਰ ਇੱਕ ਜ਼ਰੂਰਤ ਸੀਗੀ ਕਿ ਕੋਈ ਨਾਲ ਰਵੇ ਉਹਦੇ। ਐਂਡ ਜਦੋਂ ਤੁਸੀਂ ਖਾਸ ਕੇਅਰ ਚਾਹੀਦੀ, ਔਰ ਜਦੋਂ ਤੁਸੀਂ ਫਸਟ ਟਾਈਮ ਮਦਰ ਬਣਦੇ ਜੇ ਤੇ ਮਤਲਬ ਥੋੜਾ ਜਿਹਾ ਤੁਹਾਨੂੰ ਵੀ ਉਹਨਾਂ ਆਈਡੀਆ ਨਹੀਂ ਹੁੰਦਾ ਕਿ ਕੀ ਹੈਗਾ। ਸੋ ਇਨ-ਲॉज ਕੋਲ ਗਏ ਸੀਗੇ ਤੇ ਉਹਨਾਂ ਨੇ ਮਤਲਬ ਕਿਹਾ ਕਿ ਨਹੀਂ ਤੁਸੀਂ ਆਪਣਾ ਆਪੇ ਦੇਖੋ ਐ, ਤੇ ਫਿਰ ਕਿਧਰੇ ਤਾਂ ਰਹਿਣਾ ਸੀਗਾ ਕਿਸੇ ਦੇ ਨਾਲ। ਤੇ ਸੋ ਅਸੀਂ ਇਹ ਡਿਸਾਈਡ ਕੀਤਾ ਕਿ ਸਿਸਟਰ ਦੇ ਘਰ ਰਵਾਂਗੇ। ਜਲੰਧਰ ਸੀਗਾ ਤੇ ਉਹਨਾਂ ਲਈ ਵੀ ਉਧਰੋਂ ਸ਼੍ਰੀਨਗਰ ਵੱਲੋਂ ਆਣਾ ਜਾਣਾ ਥੋੜਾ ਜਿਹਾ ਈਜ਼ੀ ਰਹਿੰਦਾ ਹੈ। ਬਿਲਕੁਲ। ਹਾਂਜੀ। ਸੋ ਛੁੱਟੀ ਕਾਫੀ ਮਹੀਨਿਆਂ ਬਾਅਦ ਆਉਂਦੇ ਹੋ? ਹਾਂਜੀ ਜੀ। ਸੋ ਛੁੱਟੀ ਤਾਂ ਸ਼ਾਇਦ ਉਹ ਸਿਮਰਨ ਦਾ ਫਰਸਟ ਬਰਥਡੇ ਮਨਾ ਕੇ ਉਹ ਗਏ ਸੀਗੇ 2RR ਦੇ ਵਿੱਚ। ਐਂਡ ਉਹਦੇ ਵਿੱਚ ਸ਼ਾਇਦ ਛੁੱਟੀ ਇੱਕ ਵਾਰ ਜਾਂ 2 ਵਾਰ ਹੀ ਆਏ ਹੋਣਗੇ ਬਿਕੋਜ਼ ਦਸੰਬਰ 96 ਚੋਂ ਚਲੇ ਗਏ ਸੀਗੇ RR ਦੇ ਵਿੱਚ, ਆਪਣੀ ਜਿੱਥੇ ਯੂਨਿਟ ਸੀ ਇਹਨਾਂ ਦੀ। ਠੀਕ ਹੈ। ਤਾਂ ਜੂਨ 'ਚ ਇਹ ਮਤਲਬ 6 ਮਹੀਨੇ ਦੇ ਅੰਦਰ ਅੰਦਰ ਹੀ ਇਹ ਹਾਦਸਾ ਵਾਪਰ ਗਿਆ ਸੀਗਾ। 6 ਮਹੀਨੇ ਹੋ ਗਏ ਸੀ ਤੁਹਾਨੂੰ ਮਿਲਿਆ ਨੂੰ? ਹਾਂਜੀ। ਫੋਨ ਤੇ ਕਿੰਨੇ ਟਾਈਮ ਬਾਅਦ ਗੱਲ ਹੁੰਦੀ ਸੀ? ਫੋਨ ਤੇ ਉਹਨਾਂ ਦਿਨਾਂ ਦੇ ਵਿੱਚ ਤਾਂ ਮੋਬਾਈਲ ਵੀ ਨਹੀਂ ਸੀ ਹੁੰਦੇ, ਸੋ ਤੁਹਾਨੂੰ ਬੂਥ ਤੇ ਹੀ ਜਾ ਕੇ ਗੱਲ ਕਰਨੀ ਪੈਂਦੀ ਸੀ। ਸੋ ਬੂਥ ਤੇ ਸੈਂਸਿਟਿਵ ਏਰੀਆ ਵਿੱਚ ਜਦੋਂ ਵੀ ਮੌਕਾ ਮਿਲਦਾ ਸੀ, ਕਈ ਵਾਰ ਹਫਤੇ 'ਚ ਇੱਕ ਵਾਰ, ਕਈ ਵਾਰ 15 ਦਿਨ 'ਚ ਇੱਕ ਵਾਰ, ਔਰ ਕਦੀ ਮੌਕਾ ਮਿਲ ਗਿਆ ਤੇ ਮੇਬੀ 3-4 ਦਿਨ ਬਾਅਦ ਵੀ ਗੱਲ ਹੋ ਜਾਂਦੀ ਸੀ। ਮਤਲਬ ਉਧਰੋਂ ਹੀ ਆਉਂਦਾ ਸੀ, ਤੁਹਾਡੇ ਕੋਲ ਤਾਂ ਕੋਈ ਆਪਸ਼ਨ ਨਹੀਂ ਸੀ? ਹਾਂਜੀ, ਉਧਰੋਂ ਹੀ ਆਉਂਦਾ ਸੀ ਜ਼ਿਆਦਾਤਰ। ਮੇਰੇ ਕੋਲ ਫਿਰ ਇਹਨਾਂ ਦਾ ਯੂਨਿਟ ਦਾ ਸੀ, ਜੇ ਮੈਨੂੰ ਕੋਈ ਗੱਲ ਕਰਨੀ ਹੁੰਦੀ ਸੀ ਤੇ ਮੈਂ ਬੂਥ ਤੇ ਜਾ ਕੇ ਫਿਰ ਉਹਨਾਂ ਨੂੰ ਕਹਿੰਦੀ ਸੀ ਕਿ ਉਹਨਾਂ ਨੂੰ ਕਹਿਣਾ ਮੇਰੇ ਨਾਲ ਗੱਲ ਕਰ ਲੈਣ ਜੀ। ਸੋ ਆਖਰੀ ਵਾਰੀ ਤੁਹਾਡੀ ਕਿੰਨੇ ਕੁ ਦਿਨ ਪਹਿਲਾਂ ਗੱਲ ਹੋਈ ਸੀ ਤੇ ਕੀ ਗੱਲਬਾਤ ਹੋਈ ਸੀ? ਉਹ ਇੱਕ ਯਾਦ ਰਹਿ ਜਾਂਦੀ ਹੈ ਨਾ ਕਿ ਲਾਸਟ ਟਾਈਮ ਇੰਨੀ ਹਫਤਾ ਕੁ ਪਹਿਲੇ ਹੀ ਹੋਈ ਸੀ ਬਸ। ਉਹੀ ਵੈਲ ਬੀਇੰਗ, ਮਤਲਬ ਆਈ ਥਿੰਕ ਮਹੀਨਾ ਕੁ ਪਹਿਲਾਂ ਉਹ ਆਏ ਸੀਗੇ ਕਿਉਂਕਿ ਸਿਮਰਨ ਦੀ ਤਬੀਅਤ ਖਰਾਬ ਹੋ ਗਈ ਸੀਗੀ ਕਾਫੀ ਜ਼ਿਆਦਾ। ਸੋ ਮੈਨੂੰ ਸਮਝ ਨਹੀਂ ਸੀ ਆ ਰਿਹਾ ਤੇ ਫਿਰ ਜਦੋਂ ਮੈਂ ਫੋਨ ਤੇ ਰੋਈ ਤੇ ਉਹਨਾਂ ਨੇ ਛੁੱਟੀ ਲੈ ਕੇ ਆਏ ਐਂਡ 4-5 ਦਿਨ ਰਹੇ ਐਂਡ ਫਿਰ ਸਿਮਰਨ ਸਟੇਬਲ ਹੋ ਗਈ ਥੋੜਾ। ਹਾਂਜੀ। ਐਂਡ ਉਸ ਤੋਂ ਬਾਅਦ ਉਹ ਚਲੇ ਗਏ। ਬਾਕੀ ਤਾਂ ਜਨਰਲੀ ਉਹੀ ਘਰ ਦੀਆਂ ਗੱਲਾਂ ਕਿ ਕਿਸ ਤਰ੍ਹਾਂ ਹੈ ਬੱਚੇ, ਕਿਸ ਤਰ੍ਹਾਂ ਹੈ ਜਾਂ ਕੀ ਕਰ ਰਹੇ, ਕੀ ਨਾਰਮਲ। ਹਾਂਜੀ। ਜਦੋਂ ਤੁਸੀਂ ਫਿਰ ਇੱਥੇ ਚੰਡੀਗੜ੍ਹ ਪਹੁੰਚੇ, ਕਮਾਂਡ ਹਸਪਤਾਲ ਦੇ ਵਿੱਚ ਗਏ ਤੁਸੀਂ? ਨਹੀਂ, ਅਸੀਂ ਸਿੱਧਾ ਆਪਣੇ ਇਨ-ਲॉज ਦੇ ਘਰ ਪਹੁੰਚੇ। ਅੱਛਾ। ਤੇ ਉਹਨਾਂ ਦਿਨਾਂ ਦੇ ਵਿੱਚ ਥੋੜਾ ਜਿਹਾ ਜਿਸ ਤਰ੍ਹਾਂ ਕਹਿ ਲਓ ਕਿ ਟਰਾਂਸਪੋਰਟੇਸ਼ਨ ਦਾ ਵੀ ਥੋੜਾ ਜਿਹਾ ਇਸ਼ੂ ਹੁੰਦਾ ਸੀਗਾ। ਬਿਲਕੁਲ, ਹਰ ਚੀਜ਼ ਸੌਖੀ ਨਹੀਂ ਸੀ ਹੁੰਦੀ। ਸੋ 17 ਜੂਨ ਨੂੰ ਇਹ ਹਾਦਸਾ ਵਾਪਰਿਆ। 19 ਜੂਨ ਨੂੰ ਉਹਨਾਂ ਦੀ ਬੋਡੀ ਚੰਡੀਗੜ੍ਹ ਪਹੁੰਚੀ ਸੀਗੀ। ਤੁਸੀਂ 17 ਨੂੰ ਹੀ ਆ ਗਏ ਸੀ? ਅਸੀਂ 17 ਨੂੰ ਹੀ ਆ ਗਏ ਸੀਗੇ। ਠੀਕ ਹੈ। ਸੋ 19 ਜੋ ਫਿਰ 17 ਤੋਂ 19 ਤੱਕ ਦਾ ਜਿਹੜਾ ਟਾਈਮ ਹੈ, ਜਦੋਂ ਇਹੋ ਜੀ ਖਬਰ ਆਪਾਂ ਨੂੰ ਮਿਲੇ ਤਾਂ ਮੈਨੂੰ ਲੱਗਦਾ ਇੱਕ ਪਲ ਹੈ ਜਿਹੜਾ ਉਹ ਬਹੁਤ ਹੀ ਮੁਸ਼ਕਿਲ ਵਾਲਾ। ਬਹੁਤ ਮੁਸ਼ਕਿਲ। ਸਟਾਰਟਿੰਗ ਦੇ ਵਿੱਚ ਤਾਂ ਮਤਲਬ ਜਦੋਂ ਆਪਾਂ ਕਦੀ ਕਿਸੇ ਨੂੰ ਵੇਖਦੇ ਹਾਂ ਨਾ ਕਿ ਮਤਲਬ ਸਟਾਰਟਿੰਗ ਦੇ ਵਿੱਚ ਤਾਂ ਇੰਨਾ ਸ਼ੌਕਿੰਗ ਹੁੰਦਾ ਕਿ ਤੁਹਾਡੇ
ਇਮੋਸ਼ਨਸ ਵੀ ਬਾਹਰ ਨਹੀਂ ਨਿਕਲਦੇ, ਤੁਸੀਂ ਤੁਸੀਂ ਰੋ ਵੀ ਨਹੀਂ ਸਕਦੇ, ਤੁਹਾਨੂੰ ਸਮਝ ਵੀ ਨਹੀਂ ਆ ਰਿਹਾ ਕਿ ਮਤਲਬ ਮੈਂ ਰੋਵਾਂ ਤੇ ਕਿਉਂ ਰੋਵਾਂ, ਕਿਉਂਕਿ ਹੋਇਆ ਕੀ ਹੈ। ਮਤਲਬ ਉਹ ਇੱਕ ਆਪਣੀ ਬੋਡੀ ਦੇ ਇਹਨੂੰ ਜਜ਼ਬ ਕਰਨ ਲਈ ਥੋੜਾ ਜਿਹਾ ਟਾਈਮ ਚਾਹੀਦਾ, ਇਹਨੂੰ ਰਿਅਲਾਈਜ਼ ਕਰਨ ਲਈ ਥੋੜਾ ਜਿਹਾ ਟਾਈਮ ਚਾਹੀਦਾ ਹੈ ਕਿ ਮੇਰੇ ਨਾਲ ਹੋਇਆ ਕੀ ਹੈ। ਬਿਲਕੁਲ, ਕਿਉਂਕਿ ਇੱਕ ਵਾਰੀ ਦਿਮਾਗ ਸ਼ਾਇਦ ਕੰਮ ਕਰਨਾ ਬੰਦ ਕਰ ਹਾਂਜੀ ਹਾਂਜੀ ਹਾਂਜੀ। ਔਰ ਸਭ ਤੋਂ ਮੇਰੇ ਨਾਲ ਕਿਉਂ। ਸੋ 19 ਜੂਨ ਨੂੰ ਜਦੋਂ ਫਿਰ ਉਹਨਾਂ ਦੀ ਬੋਡੀ ਆਈ ਤੇ ਜਦੋਂ ਉਹਨਾਂ ਨੂੰ ਦੇਖਿਆ, ਸੋ ਉਦੋਂ ਰਿਅਲਾਈਜ਼ ਹੋਇਆ ਕਿ ਨਹੀਂ, ਹੀ ਇਜ਼ ਗੋਨ। ਤਦ ਤੱਕ ਇਹ ਉਮੀਦ ਸੀਗੀ ਕਿ ਸ਼ਾਇਦ ਹਾਲੇ ਤੱਕ ਜੋ ਸਾਰੇ ਬੋਲ ਰਹੇ ਹੋ ਝੂਠ ਹੈ, ਨਹੀਂ, ਹੀ ਵਿਲ ਕਮ ਬੈਕ। ਬਟ ਜਦੋਂ ਫਿਰ ਉਹਨਾਂ ਦੀ ਬੋਡੀ ਦੇਖੀ ਤੇ ਉਦੋਂ ਫਿਰ ਰਿਅਲਾਈਜ਼ ਹੋਇਆ ਕਿ ਹੀ ਇਜ਼ ਗੋਨ, ਹੀ ਇਜ਼ ਨਾਟ ਗੋਇੰਗ ਟੂ ਕਮ ਬੈਕ। ਤੇ ਕਿਸੇ ਮਤਲਬ ਮਿਸ਼ਨ ਤੇ ਸੀਗੇ, ਕਿਵੇਂ ਹੋਇਆ ਉਹ ਸਾਰਾ, ਗੋਲੀ ਕਿਵੇਂ ਲੱਗੀ? ਨਹੀਂ, ਇਹ ਮਿਸ਼ਨ ਤਾਂ ਆਪਰੇਸ਼ਨ ਰਕਸ਼ਕ ਦੇ ਅੰਡਰ ਆਂਦਾ ਇਹ, ਤੇ ਉੱਥੇ ਯੂਨਿਟਾਂ ਡਿਪਲੋਇਡ ਹੁੰਦੀਆਂ ਸਾਡੀਆਂ, ਤੇ ਉਹ ਜਦੋਂ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕਿ ਇਸ ਪਿੰਡ ਦੇ ਵਿੱਚ ਕੁਝ ਟੈਰਰਿਸਟ ਐਕਟੀਵਿਟੀ ਦੇਖੀ ਗਈ ਹੈ ਜਾਂ ਕੁਝ ਇਹੋ ਜਿਹੀ ਐਕਟੀਵਿਟੀ ਦੇਖੀ ਗਈ ਹੈ, ਤੇ ਉਦੋਂ ਆਰਮੀ ਜਾਂਦੀ ਆ ਸਿਰਫ ਸਰਚ ਕਰਨ ਵਾਸਤੇ, ਪਿੰਡ ਨੂੰ ਕੋਰਡਨ ਕਰਕੇ ਕਿ ਇਹਦੇ ਵਿੱਚ ਕੋਈ ਹੈ ਤੇ ਨਹੀਂ ਹੈ। ਸੋ ਉਸੇ ਕੋਰਡਨ ਸਰਚ ਦੇ ਵਿੱਚ ਉਹ ਸੀਗੇ ਟੈਰਰਿਸਟ ਉੱਥੇ। ਤਾਂ ਜਦੋਂ ਇਹਨਾਂ ਨੇ ਆਪਣੀਆਂ ਪੋਜੀਸ਼ਨਾਂ ਲਈਆਂ ਤਾਂ ਉਹਨਾਂ ਨੇ ਵਾਈਲ ਰਨਿੰਗ ਉਹਨਾਂ ਨੇ ਵੀ ਅੱਗੋਂ ਕੀਤੇ, ਇਹਨਾਂ ਨੇ ਵੀ ਕੀਤੇ। ਇਹਨਾਂ ਨੇ ਵੀ ਸ਼ਹਾਦਤ ਪਾਉਣ ਤੋਂ ਪਹਿਲਾਂ 2 ਟੈਰਰਿਸਟ ਮਾਰੇ ਸੀਗੇ। ਫਿਰ ਇੱਕ ਜਿਹੜਾ ਪਿੱਛੋਂ ਭੱਜ ਰਿਹਾ ਸੀ ਜਾਂਦੇ ਜਾਂਦੇ, ਉਹਨੇ ਜਿਹੜੀ ਗੋਲੀ ਮਾਰੀ, ਸੋ ਉਹ ਇਹਨਾਂ ਦੇ ਲੱਗ ਗਈ। ਜੀ। ਕਿੰਨੇ ਸਾਲ ਦੀ ਉਦੋਂ ਇਹਨਾਂ ਦੀ ਸੇਵਾ ਹੋ ਗਈ ਸੀ ਆਰਮੀ ਦੇ ਵਿੱਚ? 8 ਸਾਲ ਦੀ। ਇਹ 89 ਚ ਕਮਿਸ਼ਨ ਹੋਏ ਸੀ, ਜੂਨ 89 ਚ ਹੀ ਕਮਿਸ਼ਨ ਹੋਏ ਸੀ। ਜੀ ਜੀ। ਉਸ ਤੋਂ ਬਾਅਦ ਫਿਰ ਤੁਹਾਡੀ ਜਰਨੀ ਸ਼ੁਰੂ ਹੋਈ, ਤੁਹਾਡੀ ਕੱਲਿਆਂ ਦੀ ਆਪਣੀ ਬੇਟੀ ਦੇ ਨਾਲ ਜਰਨੀ ਸ਼ੁਰੂ ਹੋਈ। ਉਹ ਕਿੰਨਾ ਕੁ ਮੁਸ਼ਕਿਲ ਸੀ? ਘਰਦਿਆਂ ਦਾ ਜਿਹੜਾ ਸਾਥ ਹੈ ਉਹ ਪੂਰਾ ਮਿਲਿਆ, ਸਪੋਰਟ? ਕਿਉਂਕਿ ਉਸ ਟਾਈਮ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇੱਕ ਮੈਂਟਲ ਸਪੋਰਟ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਬਾਕੀ ਸਾਰੀਆਂ ਚੀਜ਼ਾਂ ਨਾਲੋਂ ਵੱਧ ਕੇ। ਉਹ ਸਾਰਾ ਕੁਝ ਠੀਕ ਰਿਹਾ? ਸਭ ਕੁਝ ਠੀਕ ਰਿਹਾ ਔਰ ਠੀਕ ਨਹੀਂ ਵੀ ਰਿਹਾ। ਮਤਲਬ ਹਰ ਇੱਕ ਨੂੰ ਆਪਣੀ ਕੁਝ ਇੱਕ ਸ਼ੇਅਰ ਜਿਹੜਾ ਉਹ ਕਰਨਾ ਪੈਂਦਾ ਹੈ। ਲਾਈਕ ਪੇਰੈਂਟਸ ਵੱਲੋਂ ਤਾਂ ਡੈਫੀਨੇਟਲੀ ਹੁਣ ਤੁਹਾਡੇ ਮਾਂ-ਬਾਪ ਤਾਂ ਤੁਹਾਨੂੰ ਕਦੀ ਵੀ ਨਹੀਂ ਛੱਡਣਗੇ ਕਿਸੇ ਵੀ ਹਾਲਤ 'ਚ। ਸੋ ਇਨ-ਲॉज ਵੱਲੋਂ ਥੋੜਾ ਜਿਹਾ ਮਤਲਬ ਠੀਕ ਸਟਾਰਟਿੰਗ ਦੇ ਵਿੱਚ ਠੀਕ ਰਿਹਾ, ਬਟ ਫਿਰ ਉਹਨਾਂ ਦਾ ਆਪਣਾ ਸੀਗਾ ਕਿ ਅਸੀਂ ਕੁਝ ਕਿਸੇ ਮਤਲਬ ਨੈਚੁਰਲੀ ਉਹਨਾਂ ਦਾ ਵੀ ਇੱਕ ਯੰਗ ਬੱਚਾ ਗਿਆ ਹੈ। ਉਹਨਾਂ ਲਈ 2 ਹੀ ਬੱਚੇ ਸੀ, ਇੱਕ ਭੈਣ ਇੱਕ ਭਰਾ। ਸੋ ਉਹਨਾਂ ਲਈ ਵੀ ਇਹ ਬਹੁਤ ਵੱਡਾ ਦੁੱਖ ਸੀਗਾ। ਇਹ ਮਤਲਬ ਇਹ ਕਹਿਣਾ ਕਿ ਉਹਨਾਂ ਲਈ ਨਹੀਂ ਸੀ, ਮੇਰੇ ਲਈ ਸੀਗਾ, ਐਸਾ ਕੋਈ ਗੱਲ ਨਹੀਂ ਹੈ। ਉਹਨਾਂ ਲਈ ਵੀ ਇੱਕ ਜਵਾਨ ਬੱਚਾ ਆਪਣੇ ਫਾਦਰ ਜਦੋਂ ਅਰਥੀ ਨੂੰ ਕੰਧਾ ਦਿੰਦਾ, ਆਈ ਥਿੰਕ ਇਸ ਤੋਂ ਵੱਡਾ ਦੁੱਖ ਨਹੀਂ, ਇਸ ਤੋਂ ਵੱਡਾ ਦੁੱਖ ਉਹਨਾਂ ਲਈ ਕੋਈ ਨਹੀਂ ਹੋ ਸਕਦਾ। ਸੋ ਉਸ ਟਾਈਮ ਉਹਨਾਂ ਨੂੰ ਲੱਗਾ ਕਿ ਅਸੀਂ ਗੁਰਦੁਆਰੇ ਜਾ ਕੇ ਸੇਵਾ ਕਰਨੀ ਆ, ਬਿਕੋਜ਼ they have lost everything ਉਸ ਟਾਈਮ ਤੇ, ਇੱਕ ਪੁਆਇੰਟ ਤੇ they had also lost everything। ਸੋ ਉਹਨਾਂ ਨੇ ਕਿਹਾ ਸੀ ਹੁਣ ਗੁਰਦੁਆਰੇ ਜਾ ਕੇ ਸੇਵਾ ਕਰਨੀ ਆ, ਬਿਕੋਜ਼ ਉਹਨਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਅਸੀਂ ਰੱਬ ਦੇ ਲੜ ਲੱਗਾਂਗੇ ਤੇ ਸਾਡਾ ਦੁੱਖ ਘਟੇਗਾ। ਸੋ ਉਹ ਵਰੀਡ ਸੀਗੇ ਕਿ ਮੈਂ ਘਰ ਇਕੱਲੀ ਕਿਸ ਤਰ੍ਹਾਂ ਰਵਾਂਗੀ। ਸੋ ਉਹਨਾਂ ਨੇ ਕਿਹਾ ਕਿ ਤੁਸੀਂ ਦੇਖ ਲਓ ਤੁਸੀਂ ਕਿੱਥੇ ਰਹਿਣਾ ਚਾਹੁੰਦੇ ਜੇ। ਸੋ ਉਦੋਂ ਫਿਰ ਮੈਂ ਆਰਮੀ ਨੂੰ ਕਿਹਾ ਕਿ ਮੈਂ ਇਸ ਟਾਈਮ ਤੇ ਜੇ ਮੈਂ ਇਹਨਾਂ ਦਾ ਘਰ ਛੱਡਾਂਗੀ ਤੇ ਫਿਰ ਮੈਂ ਪੇਰੈਂਟਸ ਦੇ ਘਰ ਵੀ ਨਹੀਂ ਜਾਵਾਂਗੀ, ਕਿਉਂਕਿ ਉਹ ਵੀ ਠੀਕ ਨਹੀਂ ਹੈ। ਸੋ ਮੈਨੂੰ ਰਹਿਣ ਲਈ ਜਗ੍ਹਾ ਦਿਓ। ਤੇ ਉਹਨਾਂ ਨੇ ਚੰਡੀ ਮੰਦਿਰ ਵਿੱਚ ਮੈਨੂੰ SF ਸੈਪਰੇਟਡ ਅਕਮੋਡੇਸ਼ਨ ਹੁੰਦੀ ਸਾਡੇ ਆਰਮੀ ਦੇ ਵਿੱਚ, ਜਿਨ੍ਹਾਂ ਦੇ ਹਸਬੈਂਡਸ ਫੀਲਡ 'ਚ ਹੁੰਦੇ ਉਹਨਾਂ ਨੂੰ ਦਿੰਦੇ ਨੇ, ਤੇ ਉਹਨਾਂ ਨੇ ਉੱਥੇ ਮੈਨੂੰ ਚੰਡੀ ਮੰਦਿਰ ਦਿੱਤਾ। ਤੇ ਨਾਲ ਉਹਨਾਂ ਨੇ ਮੈਨੂੰ ਕੇਂਦਰੀ ਵਿਦਿਆਲਿਆ ਜਾਂ ਆਰਮੀ ਪਬਲਿਕ ਸਕੂਲ ਸੀ ਹੁਣ ਤਾਂ ਮੈਨੂੰ ਧਿਆਨ ਨਹੀਂ, ਉੱਥੇ ਮੈਨੂੰ ਉਹਨਾਂ ਨੇ ਟੀਚਿੰਗ ਦੀ ਜੌਬ ਵੀ ਦਿੱਤੀ ਅਡਹੌਕ। ਮੇਰੇ ਨਾਲ ਫਿਰ ਮੇਰੀ ਨਾਨੀ ਰਹਿ ਰਹੀ ਸੀ, ਮੇਰੇ ਡੈਡੀ ਰਹਿ ਰਹੇ ਸੀਗੇ, ਕਿਉਂਕਿ ਮੇਰੀ ਮਦਰ ਮੇਰੀ ਸਿਸਟਰ ਦੇ ਘਰ ਸੀਗੇ। ਸੋ ਸਾਡੀ ਆਪਣੀ ਫੈਮਿਲੀ ਵੀ ਵੰਡ ਚੁੱਕੀ ਸੀ ਉਸ ਟਾਈਮ ਤੇ। ਸੋ ਉਹਨਾਂ ਨੇ ਮੈਨੂੰ ਫਿਰ ਸਕੂਲ 'ਚ ਦਿੱਤੀ, ਬਟ ਮੈਂ B.Ed ਨਹੀਂ ਸੀ। ਉਹਨਾਂ ਨੇ ਕਿਹਾ ਤੁਸੀਂ ਨਾਲ ਨਾਲ B.Ed ਕਰ ਲਿਓ। ਫਿਰ ਜਦੋਂ ਥੋੜਾ ਜਿਹਾ ਲਾਈਕ ਮਹੀਨਾ ਇੱਕ ਦੇ ਬਾਅਦ ਥੋੜੀ ਹੋਸ਼ ਆਣੀ ਸ਼ੁਰੂ ਹੋਈ, ਮੇਰੇ ਫਾਦਰ ਇਨ ਲੋ ਨੇ ਬਲਕਿ ਮੈਨੂੰ ਪੁੱਛਿਆ ਕਿ ਹੁਣ ਤੂੰ ਕੀ ਕਰਨਾ ਹੈ, ਕਿੱਥੇ ਆਪਾਂ ਅਪਲਾਈ ਕਰੀਏ, ਕੀ ਕਰੀਏ। ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਸੁਖਵਿੰਦਰ ਇਹਨਾਂ ਦਾ ਇੱਕ ਸੁਪਨਾ ਸੀਗਾ, ਕਿਉਂਕਿ ਇਹ ਆਰਮੀ ਨੂੰ ਬਿਲੋਂਗ ਕਰਦੇ, ਮੇਰੇ ਫਾਦਰ ਇਨ ਲੋ ਵੀ ਫੌਜੀ ਸੀਗੇ, ਇਹਨਾਂ ਦੇ ਘਰ 'ਚ ਸਭ ਫੌਜੀ ਨੇ ਆਲਮੋਸਟ। ਸਾਡੇ ਘਰ 'ਚ ਕੋਈ ਨਹੀਂ ਸੀਗਾ, ਤੇ ਮਤਲਬ ਮੈਂ ਹੀ ਪਹਿਲੀ ਸੀ ਜਿਹੜੀ ਵਿਆਹੀ ਗਈ ਸੀ ਇੱਕ ਫੌਜੀ ਨਾਲ। ਸੋ ਮੈਂ ਇਹਨਾਂ ਨੂੰ ਕਿਹਾ ਕਿ ਇਹਨਾਂ ਦਾ ਸੁਪਨਾ ਸੀਗਾ ਕਿ ਬੱਚੇ ਨੂੰ ਇਸੇ ਐਟਮੋਸਫੀਅਰ ਦੇ ਵਿੱਚ ਹੀ ਰੇਜ਼ ਕਰਨਾ ਹੈ, ਕਿ ਇਹ ਬਹੁਤ ਹੀ ਸੇਫ ਐਂਡ ਸਿਕਿਉਰ ਇੱਕ ਮਤਲਬ ਓਵਰਆਲ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਬੱਚੇ ਦੀ। ਸੋ ਤੇ ਮੈਂ ਕਿਹਾ ਉਹ ਕਿਸ ਤਰ੍ਹਾਂ ਹੋ ਸਕਦਾ ਹੈ। ਤੇ ਮੈਨੂੰ ਤਾਂ ਉਦੋਂ ਬਿਲਕੁਲ ਵੀ ਆਈਡੀਆ ਨਹੀਂ ਸੀ ਕਿ ਆਰਮੀ ਦੇ ਵਿੱਚ ਲੇਡੀਜ਼ ਹੈਗੀਆਂ, ਕਿਉਂਕਿ ਦੇਖੀਆਂ ਨਹੀਂ ਸੀ ਤਦ ਤੱਕ। ਵੈਸੇ ਆਈ ਥਿੰਕ 93 'ਚ ਸ਼ੁਰੂ ਹੋ ਗਈਆਂ ਸੀ। ਸੋ 97 'ਚ ਇਹ ਹੋਇਆ, 94 'ਚ ਮੇਰੀ ਸ਼ਾਦੀ ਹੋਈ ਸੀ। ਸੋ
ਮੈਂ ਲੇਡੀ ਆਫੀਸਰਸ ਦੇਖੀਆਂ ਵੀ ਨਹੀਂ ਸੀਗੀਆਂ ਆਰਮੀ ਦੇ ਤੁਸੀਂ ਵਿੱਚ। ਪਹਿਲਾਂ ਵਰਕਿੰਗ ਨਹੀਂ ਸੀਗੇ ਜਦੋਂ ਵਿਆਹ ਹੋਇਆ? ਨਹੀਂ ਵਿਆਹ ਤੋਂ ਬਾਅਦ ਮੈਂ ਆਰਮੀ ਸਕੂਲ ਚ ਜੂਨੀਅਰ ਜਿਹੜੇ ਆਪਣੇ ਸ਼ੌਰਯ ਸਕੂਲਸ ਵਗੈਰਾ ਹੁੰਦੇ ਉੱਥੇ ਟੀਚਿੰਗ ਕੀਤੀ ਹੈ। ਉਹ ਸਾਰੀ ਆਰਮੀ ਆਫੀਸਰਸ ਦੀਆਂ ਵਾਈਫਸ ਜਨਰਲੀ ਟੀਚਿੰਗ ਕਰਦੀਆਂ ਸਟਾਰਟਿੰਗ ਦੇ ਵਿੱਚ। ਸੋ ਉਹ ਕਰਦੀ ਰਹੀ ਸੀ ਮੈਂ ਨਾਲ ਨਾਲ। ਐਂਡ ਪਹਿਲਾਂ ਵੀ ਮਤਲਬ ਜਦੋਂ ਮੈਂ ਨਹੀਂ ਵੀ ਸੀ ਵਿਆਹੀ ਉਦੋਂ ਵੀ ਕੁਛ ਨਾ ਕੁਛ ਜੌਬ ਮੈਂ ਕਰਦੀ ਰਹਿੰਦੀ ਸੀ। ਠੀਕ ਹੈ। ਸੋ ਫਿਰ ਮੇਰੇ ਫਾਦਰ ਇਨ ਲੋ ਨੇ ਮੈਨੂੰ ਦੱਸਿਆ ਕਿ ਆਰਮੀ ਦੇ ਵਿੱਚ ਲੇਡੀਜ਼ ਹੈਗੀਆਂ ਹੈ ਤੇ ਤੁਸੀਂ ਕਰ ਸਕਦੇ ਜੇ ਕੋਸ਼ਿਸ਼, ਪਰ ਉਹੀ ਕ੍ਰਾਈਟੇਰੀਆ ਹੈ ਕਿ ਉਹ 25 ਸਾਲ ਤੋਂ ਘੱਟ ਨੇ ਐਂਡ ਜਿਹੜਾ ਕ੍ਰਾਈਟੇਰੀਆ ਹੈ ਆਰਮੀ ਦੇ ਵਿੱਚ ਆਉਣ ਦਾ ਕਿ ਉਹ ਅਨਮੈਰਿਡ ਹੋਣੀ ਚਾਹੀਦੀਆਂ। ਓਕੇ। ਸੋ ਮੈਂ ਉਹ ਦੋਵੇਂ ਕ੍ਰਾਈਟੇਰੀਆ ਨਹੀਂ ਸੀ ਮੈਚ ਕਰ ਰਹੀ। ਹਾਂਜੀ। ਤੇ ਕਹਿੰਦੇ ਕੋਸ਼ਿਸ਼ ਕਰਕੇ ਦੇਖੋ। ਤੇ ਫਿਰ ਇਸ ਤਰ੍ਹਾਂ ਡਿਫੈਂਸ ਦੇ ਵਿੱਚ ਮਤਲਬ ਲੋਕਾਂ ਨੂੰ ਮਿਲਦੇ ਕਿਹਨੂੰ ਮਿਲੀਏ ਅਲਟੀਮੇਟਲੀ ਫਿਰ ਅਸੀਂ ਜਾ ਕੇ ਮਿਸਿਸ ਰੰਜਨਾ ਮਲਿਕ, ਇਹਨਾਂ ਜਨਰਲ ਮਲਿਕ ਨੇ ਉਦੋਂ ਚੀਫ ਟੇਕ ਓਵਰ ਹੀ ਕੀਤਾ ਸੀਗਾ। ਅੱਛਾ। ਸੋ ਮਿਸਿਸ ਮਲਿਕ ਨੂੰ ਮਿਲੇ ਐਂਡ ਉਹ ਬਹੁਤ ਹੀ ਪੋਜ਼ਿਟਿਵ ਲੇਡੀ ਐਂਡ ਉਹਨਾਂ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰਦੀ ਹਾਂ। ਤੇ ਉਹਨਾਂ ਨੇ ਆਪਣਾ ਬਾਕੀ ਜਿਹੜੀ ਲੜਾਈ ਅੱਗੇ ਉਹਨਾਂ ਨੇ ਲੜੀ ਡਿਫੈਂਸ ਦੇ ਨਾਲ, ਆਪਣਾ ਸਟੇਟਮੈਂਟ ਆਫ ਕੇਸ ਬਣਾ ਕੇ ਜਿਹੜਾ ਇੱਕ ਆਰਮੀ ਦਾ ਪ੍ਰੋਸੀਜਰ ਹੁੰਦਾ ਹੈ। ਜਨਰਲ ਮਲਿਕ ਨੇ ਮਿਸਿਸ ਮਲਿਕ ਨੇ ਦੋਨਾਂ ਨੇ ਤੇ ਉਹਨਾਂ ਨੇ ਫਿਰ ਸਾਡੇ ਲਈ ਇਹ ਰਿਲੈਕਸੇਸ਼ਨ ਲਿਆ ਸੀ। 2 ਲੇਡੀਜ਼ ਸੀਗੀਆਂ ਇਸ ਬੈਚ ਦੇ ਵਿੱਚ। ਅੱਛਾ। ਹਾਂਜੀ। ਤੇ ਉਹਨਾਂ ਨੇ ਸਾਡੇ ਲਈ ਫਿਰ ਇੱਕ ਏਜ ਰਿਲੈਕਸੇਸ਼ਨ ਐਂਡ ਇੱਕ ਸਾਡਾ ਜਿਹੜਾ ਮੈਰਿਜ ਵਾਲਾ ਸਟੇਟਸ ਸੀ ਉਹ ਰਿਲੈਕਸੇਸ਼ਨ, ਮਤਲਬ ਵੀਰ ਨਾਰੀਆਂ ਦੇ ਲਈ ਇੱਕ ਰਾਹ ਉਦੋਂ ਖੁੱਲਿਆ ਕਿ ਉਹ ਆਰਮੀ ਦੇ ਵਿੱਚ ਜੌਬ ਕਰ ਸਕਦੀਆਂ। ਸੋ ਜੂਨ 'ਚ ਇਹ ਹੋਇਆ ਹਾਦਸਾ ਹੋਇਆ ਤੇ ਜਿਹੜੀ ਮੇਰੀ ਦੂਜੀ ਫਰੈਂਡ ਹੈ ਸਬੀਨਾ, ਉਹਦੇ ਹਸਬੈਂਡ ਦਾ ਜੁਲਾਈ 'ਚ ਹੋਇਆ ਸੀਗਾ। ਠੀਕ ਹੈ। ਸੋ ਅਸੀਂ ਦੋਵੇਂ ਦਸੰਬਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਰਸਤਾ ਦੇ ਰਹੇ ਹਾਂ ਪਰ ਕੋਈ ਰਿਲੈਕਸੇਸ਼ਨ ਤੁਹਾਡੀ ਟ੍ਰੇਨਿੰਗ 'ਚ ਨਹੀਂ ਹੋਏਗਾ। ਇਹ ਨਾ ਸੋਚਣਾ ਕਿ ਤੁਹਾਨੂੰ ਟ੍ਰੇਨਿੰਗ ਦੇ ਵਿੱਚ ਕੁਝ ਛੂਟ ਦਿੱਤੀ ਜਾਏਗੀ ਜਾਂ ਜਿਹੜਾ ਸਾਡਾ ਸਿਲੈਕਸ਼ਨ ਬੋਰਡ ਹੈ ਉਹਦੇ ਵਿੱਚ ਛੂਟ ਦਿੱਤੀ ਜਾਏਗੀ, ਉਹਦੇ 'ਚ ਤੁਸੀਂ ਆਪਣੀ ਕਾਬਲੀਅਤ ਤੇ ਅੱਗੇ ਵਧੋਗੇ। ਠੀਕ ਹੈ। ਤੇ ਫਿਰ ਦਸੰਬਰ 'ਚ ਸਾਡਾ ਸਿਲੈਕਸ਼ਨ ਬੋਰਡ, ਅਸੀਂ ਭੋਪਾਲ ਗਏ ਦੋਨੋਂ ਜਾਣੇ, ਮੈਂ ਤੇ ਸਬੀਨਾ। ਸੋ ਉੱਥੇ ਸਾਡਾ ਸਿਲੈਕਸ਼ਨ ਹੋਇਆ ਐਂਡ ਮਾਰਚ ਇਨਫੈਕਟ ਮੇਰਾ ਜਿਹੜਾ ਬਰਥਡੇ ਸੀ ਉਦੋਂ ਸਾਡੀ ਟ੍ਰੇਨਿੰਗ ਸ਼ੁਰੂ ਹੋਈ ਸੀ 21 ਮਾਰਚ। ਸੋ ਉਦੋਂ ਸਾਡਾ ਫਰਸਟ ਡੇ ਸੀਗਾ ਟ੍ਰੇਨਿੰਗ ਦਾ ਜਿੱਦਣ ਮੇਰਾ ਬਰਥਡੇ ਸੀਗਾ। ਠੀਕ ਹੈ। ਸੋ 6 ਮਹੀਨੇ ਉੱਥੇ ਫੁੱਲ ਮਤਲਬ ਟ੍ਰੇਨਿੰਗ ਨੂੰ ਅਸੀਂ ਰਗੜਾ ਵੀ ਕਹਿੰਦੇ ਆ। ਸੋ ਫੁੱਲ ਟ੍ਰੇਨਿੰਗ ਓਬਲਿਕ ਰਗੜਾ ਸਾਡਾ ਹੋਇਆ ਐਂਡ ਰਿਟਨ ਟੈਸਟ, ਫਿਜ਼ੀਕਲ ਟੈਸਟ, GTO ਜਿੰਨੇ ਵੀ ਸਾਡੇ ਟਾਈਪ ਦੇ ਟੈਸਟ ਹੁੰਦੇ ਆ 7 ਦਿਨ ਦਾ ਹੁੰਦਾ ਇਹ, ਉਹਦਾ ਪੂਰਾ ਕਰਕੇ ਐਂਡ ਫਿਰ ਸਿਲੈਕਸ਼ਨ ਹੁੰਦਾ ਹੈ। ਫਿਰ ਉਸ ਤੋਂ ਬਾਅਦ ਮੈਡੀਕਲ ਹੁੰਦਾ ਹੈ। ਮੈਡੀਕਲ ਤੋਂ ਬਾਅਦ ਉਹ ਤੁਹਾਨੂੰ ਫਿਟ ਕਰਦੇ ਨੇ ਕਿ ਫਿਟ ਫॉर्म ਆਰਮੀ, ਤੇ ਫਿਰ ਅਸੀਂ ਉਦੋਂ ਆਪਣਾ ਟ੍ਰੇਨਿੰਗ ਵਾਸਤੇ ਜਾਂਦੇ ਆ। ਠੀਕ ਹੈ। ਯਾਨੀ ਕਿ ਆਪਣੀ ਮਿਹਨਤ ਨਾਲ ਤੁਸੀਂ ਇਹ ਨੌਕਰੀ ਲਈ ਹੈਗੀ ਹੈ, ਕੋਈ ਤਰਸ ਦੇ ਆਧਾਰ ਤੇ ਨਹੀਂ ਤੁਹਾਨੂੰ? ਨਹੀਂ ਜੀ। ਤਾਂ ਜਿਹੜਾ ਤੁਸੀਂ ਰਗੜਾ ਦੱਸਿਆ ਹੈ ਕਿ ਰਗੜਾ ਲੱਗਦਾ, ਟ੍ਰੇਨਿੰਗ ਤੁਸੀਂ ਰਗੜਾ ਕਹਿੰਦੇ ਹੋ, ਉਹਦੇ ਵਿੱਚ ਹੁੰਦਾ ਕੀ ਹੈ? ਸਾਰਿਆਂ ਨੂੰ ਪਤਾ ਹੈ ਕਿ ਫੌਜੀਆਂ ਦੀ ਟ੍ਰੇਨਿੰਗ ਬੜੀ ਔਖੀ ਹੁੰਦੀ ਹੈ ਪਰ ਕਿਸੇ ਨੂੰ ਨਹੀਂ ਪਤਾ ਕਿ ਉਹਦੇ ਵਿੱਚ ਹੁੰਦਾ ਕੀ ਹੈ, ਸਾਡੀ ਟ੍ਰੇਨਿੰਗ ਕਰਾਈ ਕਿਵੇਂ ਜਾਂਦੀ ਹੈ। ਉਹ ਤੁਸੀਂ ਜ਼ਰੂਰ ਦੱਸੋ ਇੱਕ ਗੱਲ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਕੀ ਕਰਦੇ ਸੀ 6 ਮਹੀਨੇ? ਰਗੜੇ ਦੇ ਵਿੱਚ ਪਹਿਲੀ ਗੱਲ ਤਾਂ ਜਿੱਦਾਂ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਇੱਕ ਐਜ਼ ਅ ਨਾਰਮਲ ਹਿਊਮਨ ਬੀਇੰਗ ਅਸੀਂ ਅਕੈਡਮੀ 'ਚ ਵੜੇ ਹਾਂ, ਜਦੋਂ ਅਸੀਂ ਨਿਕਲਦੇ ਹਾਂ ਅਸੀਂ ਉਹ ਨਹੀਂ, ਅਸੀਂ ਇੱਕ ਡਿਫਰੈਂਟ ਹਿਊਮਨ ਬੀਇੰਗ ਬਣ ਕੇ ਨਿਕਲਦੇ ਹਾਂ। ਸੋ ਉਹ ਸ਼ਾਇਦ ਇੱਕ ਟ੍ਰੇਨਿੰਗ ਦਾ ਹਿੱਸਾ ਹੈ ਕਿ ਸਾਨੂੰ ਹੌਲੀ ਸਟੈਪ ਬਾਏ ਸਟੈਪ ਸਾਡੇ ਅੰਦਰ ਉਹ ਜਜ਼ਬਾ ਪੈਦਾ ਕੀਤਾ ਜਾਂਦਾ ਹੈ ਜਿਹਦਾ ਸ਼ਾਇਦ ਸਾਨੂੰ ਵੀ ਪਤਾ ਨਹੀਂ ਲੱਗਦਾ। ਬਿਲਕੁਲ। ਤੇ ਰਗੜੇ ਦੇ ਵਿੱਚ ਮਤਲਬ ਇੱਕ ਸਾਡਾ ਟ੍ਰੇਨਿੰਗ ਦਾ ਸ਼ੈਡਿਊਲ ਕਹਿ ਲਓ ਤੁਸੀਂ। ਜੀ। ਪਹਿਲਾਂ ਸਾਨੂੰ ਨਾਰਮਲ ਲੱਗੇਗਾ ਪਰ ਹੁਣ ਸਾਨੂੰ ਉਹ ਲੱਗਦਾ ਕਿ ਇਟ ਇਜ਼ ਪਾਰਟ ਆਫ ਆਰ ਲਾਈਫ, ਇਹ ਤੋਂ ਬਿਨਾਂ ਤਾਂ ਸ਼ਾਇਦ ਅਸੀਂ ਰਹਿ ਹੀ ਨਹੀਂ ਸਕਦੇ। ਆਮ ਤੌਰ ਤੇ ਨਾ ਅਸੀਂ ਵੀ ਸੁਣਦੇ ਹਾਂ ਕਿ ਫੌਜੀਆਂ ਨੂੰ ਸੌਣ ਦਾ ਟਾਈਮ ਨਹੀਂ ਮਿਲਦਾ ਹੈ। ਹਾਂਜੀ, ਇਦਾਂ ਹੀ ਹੁੰਦਾ। ਹਾਂਜੀ, ਇਦਾਂ ਹੀ ਹੁੰਦਾ। ਇਹ ਸਾਡਾ ਵੇ ਆਫ ਟ੍ਰੇਨਿੰਗ ਹੈ ਕਿ ਸਾਨੂੰ ਕਿੰਨਾ ਕੁ ਪੁਸ਼ ਕਰ ਸਕਦੇ। ਹੁਣ ਜੇ ਕੱਲ ਨੂੰ ਮੰਨ ਲਓ ਲੜਾਈ ਲੱਗੀ ਆ ਤੇ ਉਸ ਟਾਈਮ ਤੇ ਸੌਣਾ ਜ਼ਰੂਰੀ ਨਹੀਂ ਹੈ, ਖਾਣਾ ਜ਼ਰੂਰੀ ਨਹੀਂ ਹੈ, ਪੀਣਾ ਜ਼ਰੂਰੀ ਨਹੀਂ ਹੈ। ਉਸ ਟਾਈਮ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਮੇਰਾ ਲੰਚ ਟਾਈਮ ਹੈ ਆਪਾਂ ਫਾਇਰਿੰਗ ਬੰਦ ਕਰ ਦਈਏ। ਅੱਛਾ, ਉਹਦੇ ਲਈ ਤੁਹਾਨੂੰ 6 ਮਹੀਨਿਆਂ ਦੇ ਵਿੱਚ ਟ੍ਰੇਨਡ ਕੀਤਾ ਜਾਂਦਾ ਹੈ। ਤੇ ਉਹ ਸਵੇਰ ਤੋਂ ਸਾਡੀ ਕਈ ਵਾਰ ਤਾਂ ਮਤਲਬ ਸਵੇਰੇ 3 ਵਜੇ ਤੋਂ ਵੀ ਸ਼ੁਰੂ ਹੋ ਜਾਂਦੀ ਹੈ। ਅੱਛਾ। ਪਹਿਲਾਂ ਅਸੀਂ ਜਾ ਕੇ PT ਕਰਾਂਗੇ, ਉਸ ਤੋਂ ਬਾਅਦ ਖਾਣਾ ਖਾਣ ਨੂੰ ਸਾਨੂੰ ਮਿਨੀਮਮ ਟਾਈਮ ਮਿਲੇਗਾ, ਉਹਦੇ ਵਿੱਚ ਚੇਂਜ ਵੀ ਕਰਨਾ ਹੈ ਐਂਡ ਫਿਰ ਅਸੀਂ ਡਰਿਲ ਕਰਾਂਗੇ। ਜਾ ਕੇ ਡਰਿਲ ਕਰਨ ਤੋਂ ਪਹਿਲਾਂ ਅਸੀਂ ਆਪਣੇ ਵੈਪਨਸ ਲਵਾਂਗੇ ਉੱਥੋਂ ਕੋਚ ਤੋਂ, ਫਿਰ ਜਾ ਕੇ ਡਰਿਲ ਗਰਾਊਂਡ ਤੇ ਪਹੁੰਚਾਂਗੇ। ਡਰਿਲ PT ਦੀ ਡਰੈਸ ਵੱਖਰੀ ਹੈ, ਡਰਿਲ ਦੀ ਡਰੈਸ ਵੱਖਰੀ ਆ, ਵਿਚਕਾਰ ਬ੍ਰੇਕਫਾਸਟ ਕਰਨ ਦੀ ਡਰੈਸ ਵੱਖਰੀ ਹੈ। ਸੋ ਤੂੰ ਇਹਦੇ ਘੰਟੇ ਦੇ ਵਿੱਚ ਤੁਸੀਂ 3 ਜਾਂ 4 ਵਾਰ ਤੁਸੀਂ ਡਰੈਸਸ ਚੇਂਜ ਕਰ ਲਈਆਂ ਪੂਰੇ ਦਿਨ ਚ ਐਂਡ ਤੁਸੀਂ ਪੂਰੇ ਮਤਲਬ ਜਿਹੜੀ ਡਰੈਸ ਆ ਤੁਹਾਡੀ ਜੇ ਤੁਸੀਂ ਮਫਤੀ ਪਾਈ ਹੈ ਤੇ ਉਹਦੇ ਉੱਤੇ ਕੋਈ ਵੀ ਵੱਟ ਨਹੀਂ ਹੋਣਾ ਚਾਹੀਦਾ, ਕੋਈ ਕਰੀਜ਼ ਨਹੀਂ, ਤੇ ਉਹ ਪ੍ਰੈਸ ਤੁਹਾਡੀ ਡਰੈਸ ਟਕਾਟਕ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ। ਉੱਥੇ ਕੋਈ
ਤੁਹਾਡੇ ਲਈ ਪ੍ਰੈਸ ਨਹੀਂ ਕਰਕੇ ਬੈਠੇਗਾ। ਤੇ ਕਿੰਨਾ ਕੁ ਟਾਈਮ ਤੁਸੀਂ ਕਿੰਨੇ ਮਿੰਟ ਸਕਿੰਟ ਲਾਉਂਦੇ ਸੀ ਡਰੈਸ ਚੇਂਜ ਕਰਨ ਦੇ? ਇਹਦੇ ਵਿੱਚ ਸਾਡੀ ਇੱਕ ਵਾਰੀ ਕਈ ਵਾਰ ਸਾਨੂੰ ਪਨਿਸ਼ਮੈਂਟ ਕਹਿ ਲਓ, ਉਹਦਾ ਨਾਮ ਹੁੰਦਾ ਪੱਟੀ ਪਰੇਡ। ਅੱਛਾ। ਤੇ ਜਦੋਂ ਸਾਨੂੰ ਖੜਾ ਕਰ ਦਿੱਤਾ ਜਾਂਦਾ ਤੇ ਉਹ ਕਹਿੰਦੇ ਕਿ 1 ਮਿੰਟ ਚੇਂਜ ਐਂਡ ਕਮ। ਅੱਛਾ। ਤੋ ਫਿਰ ਦੇਖਦੇ ਕਿ ਕਿਹੜਾ ਕਿੰਨੀ ਜਲਦੀ ਚੇਂਜ ਕਰਕੇ ਆਂਦਾ। ਸੋ ਸਾਡੀਆਂ ਸਾਰੀਆਂ ਡਰੈਸਸ ਰੈਡੀ ਰਹਿੰਦੀਆਂ ਸੀ ਪੱਟੀ ਪਰੇਡ ਵਾਸਤੇ। ਅੱਛਾ। ਸੋ 15-20 ਮਿੰਟ ਦੇ ਵਿੱਚ ਸਾਨੂੰ ਪਤਾ ਨਹੀਂ ਕਿੰਨੀ ਕੁ ਵਾਰ ਡਰੈਸਸ ਸੀ। ਤੋ ਉਹ ਸ਼ਾਇਦ ਤੁਹਾਨੂੰ ਕਦੇ ਪਨਿਸ਼ਮੈਂਟ ਮਿਲੀ ਇਸ ਪੱਟੀ ਨਹੀਂ, ਇਹ ਸਾਡੀ ਸੈਂਟਰਲ ਹੈ, ਇਹ ਸਭ ਨੂੰ ਮਿਲਦੀ ਹੈ, ਇਹ ਸਭ ਲਈ ਟ੍ਰੇਨਿੰਗ ਹੈ। ਇਟ ਇਜ਼ ਨਾਟ ਅ ਪਨਿਸ਼ਮੈਂਟ, ਇਹ ਟ੍ਰੇਨਿੰਗ ਹੈ ਸਾਡੀ। ਡਰਿਲ ਦੇ ਵਿੱਚ ਜਿਸ ਤਰ੍ਹਾਂ ਪਰੇਡ ਜਿਹਨੂੰ ਕਹਿੰਦੇ ਆਪਾਂ, ਜਿੱਦਾਂ ਤੁਸੀਂ 15 ਅਗਸਤ ਜਾਂ 26 ਜਨਵਰੀ ਜਾਂ ਈਵਨ ਸਕੂਲਾਂ ਦੇ ਵਿੱਚ ਉਹ ਡਰਿਲ ਮਤਲਬ ਡਰਿਲ ਸਕੁਆਇਰ ਦੇ ਉੱਪਰ ਜਾ ਕੇ ਤੁਸੀਂ ਪਰੇਡ ਕਰਨੀ ਆ। ਠੀਕ ਹੈ। ਤੇ ਜਿਹੜੀ ਸਾਡੀ ਐਂਡ ਦੇ ਵਿੱਚ ਤਾਂ ਸਾਡਾ ਕਮਿਸ਼ਨਿੰਗ ਹੁੰਦੀ ਹੈ, ਉਸ ਤੋਂ ਬਾਅਦ ਸਾਡੀ ਪਰੇਡ ਹੁੰਦੀ, ਉਹਦੇ ਵਿੱਚ ਜਦੋਂ ਸਾਨੂੰ ਮਤਲਬ ਇੱਕ ਬੜਾ ਗਰਵ ਦਾ ਮਤਲਬ ਹੁੰਦਾ ਜਦੋਂ ਹੀ ਉਹ ਦੇਸ਼ ਭਗਤੀ ਦੇ ਗਾਣੇ ਵੱਜਦੇ ਐਂਡ ਪਿੱਛੇ ਬੈਂਡ ਨਾਲ। ਸੋ ਉਹਦੇ ਨਾਲ ਤੁਸੀਂ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਐਂਡ ਬਹੁਤ ਜ਼ਿਆਦਾ ਡਿਸਪਲਿਨ ਦੇ ਵਿੱਚ। ਤੇ ਉਹਦੇ ਵਿੱਚ ਜੇ ਕੋਈ ਗਲਤੀ ਕਰਦਾ ਹੈ ਉਹਨੂੰ ਮਤਲਬ ਕੀ ਕਹਿੰਦੇ ਫਿਰ? ਆਮ ਤੌਰ ਤੇ ਮੈਂ ਥੀਏਟਰ ਕੀਤਾ ਹੋਇਆ ਤੇ ਅਸੀਂ ਸਟੇਜ ਤੇ ਪ੍ਰੈਕਟਿਸ ਕਰਦੇ ਸੀ ਤੇ ਸਾਡੇ ਜਿਹੜੇ ਕੋਚ ਸੀਗੇ, ਜੇ ਅਸੀਂ ਕੋਈ ਡਾਇਲੌਗ ਗਲਤ ਬੋਲਤਾ ਤੇ ਸਾਡੇ ਸਿੱਧਾ ਉਹਨਾਂ ਦੀ ਜੁੱਤੀ ਪੈਂਦੀ ਸੀ, ਇਦਾਂ ਚਲਾਵੀ ਮਾਰਦੇ ਹੁੰਦੇ ਸੀ। ਸੋ ਇੱਥੇ ਕਿੱਦਾਂ ਦੀ ਸਾਡੇ ਆਰਮੀ ਦੇ ਵਿੱਚ ਇੱਕ ਹੈ ਕਿ ਜੇ ਗਲਤੀ ਇੱਕ ਨੇ ਕੀਤੀ, ਪਨਿਸ਼ਮੈਂਟ ਇੱਕ ਨੂੰ ਨਹੀਂ ਮਿਲੇਗੀ, ਪਨਿਸ਼ਮੈਂਟ ਸਭ ਨੂੰ ਮਿਲੇਗੀ। ਤਾਂ ਕਿ ਉਹ ਸਾਨੂੰ ਇੱਕ ਦੂਜੇ ਨਾਲ ਬੌਂਡਿੰਗ, ਇੱਕ ਦੂਜੇ ਨਾਲ ਕੇਅਰਿੰਗ ਕਰਨ ਦਾ ਮਤਲਬ, ਜੇ ਤੁਸੀਂ ਲੜਨਾ ਵੀ ਤਾਂ ਲੜੋਗੀ, ਤੇਰੇ ਕਰਕੇ ਗਲਤੀ, ਉਹ ਕੋਈ ਫਰਕ ਨਹੀਂ ਪੈਂਦਾ। ਕਈ ਵਾਰ ਪਤਾ ਹੀ ਨਹੀਂ ਸੀ ਲੱਗਦਾ ਗਲਤੀ ਕੀ ਸੀਗੀ ਤੇ ਪਨਿਸ਼ਮੈਂਟ ਕਾਦੀ ਮਿਲ ਰਹੀ ਹੈ। ਤੇ ਪਨਿਸ਼ਮੈਂਟ ਮੈਨੂੰ ਲੱਗਦਾ ਕਿ ਫਿਜ਼ੀਕਲ ਵਰਕ ਥੋੜੇ ਤੋਂ ਜ਼ਿਆਦਾ ਕਰਾਉਂਦੇ। ਹਾਂਜੀ ਡੈਫੀਨਿਟਲੀ। ਤਾਂ ਰੋਲਿੰਗ ਕਰਾ ਲਈ, ਸਾਡੇ ਤੋਂ ਰਨਿੰਗ ਕਰਾ ਲਈ। ਇਹ ਨਹੀਂ ਹੈ ਕਿ ਕੋਈ ਮਤਲਬ ਕੁੱਟਮਾਰ ਵਾਲੀ ਗੱਲ ਨਹੀਂ ਹੁੰਦੀ, ਜਸਟ ਰਫ ਐਂਡ ਟਫ ਬਣਾਉਣ ਵਾਸਤੇ ਔਰ ਇੱਕ ਦੂਜੇ ਲਈ, ਇੱਕ ਦੂਜੇ ਦੀ ਗਲਤੀ ਨੂੰ ਓਨ ਅਪ ਕਰਨ ਲਈ। ਸਪੋਜ਼ ਬਡੀ ਸਿਸਟਮ ਹੈ ਸਾਡਾ, ਅਗਰ ਮੇਰੇ ਬਡੀ ਨੇ ਗਲਤੀ ਕੀਤੀ ਹੈ ਤਾਂ ਪਨਿਸ਼ਮੈਂਟ ਮੈਨੂੰ ਵੀ ਮਿਲੇਗੀ। ਅੱਛਾ। ਇੱਕ ਜਣੇ ਦਾ ਇੱਕ ਬਡੀ? ਹਾਂ, ਇੱਕ ਜਣੇ ਦਾ ਇੱਕ ਬਡੀ। ਐਂਡ ਉਹ ਸਾਡੀ ਇੱਕ ਟ੍ਰੇਨਿੰਗ ਦਾ ਹਿੱਸਾ ਹੈ। ਪੀਟੀ ਤੁਹਾਨੂੰ ਦੱਸਿਆ ਸਵੇਰੇ ਸ਼ੁਰੂ ਹੁੰਦੀ ਸੀ। ਪੀਟੀ ਦੇ ਵਿੱਚ ਸਭ ਜਿਸ ਤਰ੍ਹਾਂ ਆਪਣਾ ਡਿਚ ਜੰਪ ਹੋ ਗਿਆ, ਸਪ੍ਰਿੰਟ ਹੋ ਗਈ। ਸਾਡੇ ਟਾਈਮ ਦੇ ਉੱਪਰ ਵਰਟੀਕਲ ਰੋਪ ਨਹੀਂ ਸੀ ਸ਼ੁਰੂ ਹੋਇਆ, ਬਟ ਕਈ ਲੜਕੀਆਂ ਕਰਦੀਆਂ ਸੀ। ਵਰਟੀਕਲ ਰੋਪ ਹੋ ਗਿਆ, ਮੰਕੀ ਰੋਪ ਹੋ ਗਿਆ। ਜਿੰਨੇ ਵੀ ਤੁਹਾਡੇ ਇੱਕ ਗਰਾਊਂਡ ਟੈਸਟ ਹੁੰਦੇ ਨੇ ਉਹ ਤੁਹਾਡੇ ਪੀਟੀ ਦੇ ਵਿੱਚ ਆਉਂਦੇ ਨੇ। ਫਿਰ ਡਰਿਲ ਸਕੁਆਇਰ ਦੇ ਵਿੱਚ ਤੁਹਾਡੀ ਪਰੇਡ ਆਉਂਦੀ ਹੈ, ਪਰੇਡ ਦੀ ਪ੍ਰੈਕਟਿਸ ਕਰਾਉਂਦੇ ਨੇ। ਉਸ ਤੋਂ ਬਾਅਦ ਫਿਰ ਤੁਹਾਨੂੰ ਪੜ੍ਹਾਉਂਦੇ ਵੀ ਆ, ਤੁਹਾਡੀਆਂ ਕਲਾਸਿਸ ਵੀ ਲੱਗਦੀਆਂ ਉੱਥੇ। ਅੱਛਾ। ਹਾਂਜੀ, ਕੁਝ ਟਾਈਮ ਲਈ ਤੁਹਾਡੀਆਂ ਕਲਾਸਿਸ ਵੀ ਲੱਗਦੀਆਂ। ਫਿਰ ਦੁਪਹਿਰੇ ਖਾਣੇ ਲਈ ਛੱਡ ਕੇ ਫਿਰ ਉਸ ਤੋਂ ਬਾਅਦ ਈਵਨ ਜੇ ਤੁਸੀਂ ਸਾਈਕਲ ਤੇ ਵੀ ਜਾਣਾ ਤੇ ਤੁਸੀਂ ਸਕੁਆਡ 'ਚ ਜਾਂਦੇ, ਜੇ ਤੁਸੀਂ 4 ਜਾਂ 6 ਦੇ ਗਰੁੱਪ 'ਚ ਜਾਂਦੇ, ਜਿਸ ਤਰ੍ਹਾਂ 2-2-2 ਕਰਕੇ। ਇਹ ਨਹੀਂ ਕਿ ਸਾਈਕਲ ਚੱਕਿਆ ਤੁਰ ਪਏ, ਇਸ ਤਰ੍ਹਾਂ ਨਹੀਂ ਹੈ। ਜੇ ਤੁਸੀਂ ਵਾਕ ਕਰਕੇ ਇੱਕ ਪਲੇਸ ਤੋਂ ਦੂਜੀ ਪਲੇਸ ਵੀ ਜਾਣਾ, ਤੁਸੀਂ ਇਕੱਲੇ ਨਹੀਂ ਜਾ ਸਕਦੇ, ਤੁਹਾਨੂੰ ਇੱਕ ਗਰੁੱਪ 'ਚ ਜਾਣਾ ਪੈਣਾ। ਮੰਨ ਲਓ ਮੈਨੂੰ ਜਾਣਾ ਹੈ ਕਿਧਰੇ, ਸੋ ਮੈਨੂੰ ਆਪਣੇ ਨਾਲ 2 ਹੋਰ ਤਿਆਰ ਕਰਨੇ ਪੈਣੇ। ਸੋ ਮੇ ਬੀ ਉਹ ਸਾਡੀ ਬੌਂਡਿੰਗ ਇੱਕ ਦੂਜੇ ਲਈ ਕਿ ਅੱਜ ਇਹਨੂੰ ਜ਼ਰੂਰਤ ਹੈ, ਮੈਂ ਚੱਲਦੀ ਹਾਂ। ਜੀ। ਅੱਜ ਕੱਲ ਇੱਕ ਵਰਡ ਹੈਗਾ ਪਰਸਨਲ ਲਾਈਫ, ਮੇਰੀ ਪਰਸਨਲ ਲਾਈਫ ਹੈ, ਤੇ ਲੋਕੀ ਉਸ ਵਰਡ ਤੇ ਬਹੁਤ ਫੋਕਸ ਕਰਦੇ ਨੇ। ਮੇਰੀ ਲਾਈਫ ਹੈ, ਮੈਂ ਆਪਣੇ ਤਰੀਕੇ ਨਾਲ ਜੀਣੀ ਹੈ। ਤੂੰ ਹੈ, ਉਹ ਮੈਨੂੰ ਲੱਗਦਾ ਕਾਫੀ ਗਾਇਬ ਹੋ ਚੁੱਕਿਆ। ਪਰ ਫੌਜ ਦੇ ਵਿੱਚ ਇਹ ਹੁੰਦਾ ਕਿ ਹਾਂ ਅਸੀਂ ਤੂੰ ਦੀ ਫਿਕਰ ਕਰਦੇ ਹਾਂ। ਅਸੀਂ ਤੂੰ ਦੀ ਫਿਕਰ ਕਰਦੇ, ਅਸੀਂ ਮੈਂ ਦੀ ਫਿਕਰ ਨਹੀਂ ਕਰਦੇ ਕਿ ਮੈਂ ਤਾਂ ਵਰਡ ਮਤਲਬ ਬਹੁਤ ਹੀ ਘੱਟ ਯੂਜ਼ ਕੀਤਾ ਜਾਂਦਾ ਹੈ। ਸੋ ਅਸੀਂ ਦੂਜੇ ਦੀ ਫਿਕਰ ਕਰਦੇ ਹਾਂ। ਸ਼ਾਇਦ ਉਹ ਜਿਹੜੀ ਤਿਆਰੀ ਹੈ, ਜਦੋਂ ਤੁਸੀਂ ਪਹਿਲਾਂ ਸੀਗੇ, ਜਦੋਂ ਤੁਹਾਡੇ ਜਿਹੜੇ ਕਰਮੇਜਰ ਸਾਹਿਬ ਸੀਗੇ, ਉਹਨਾਂ ਦੀ ਸ਼ਹੀਦੀ ਤੋਂ ਪਹਿਲਾਂ ਤੁਸੀਂ ਇੱਕ ਹਾਊਸ ਵਾਈਫ ਸੀਗੇ, ਤੁਸੀਂ ਸਕੂਲ ਦੇ ਵਿੱਚ ਵੀ ਜੌਬ ਕਰਦੇ ਸੀ। ਪਰ ਇੱਕ ਹੁੰਦਾ ਕਿ ਉੱਥੋਂ ਤੱਕ ਤੁਹਾਡਾ ਲਿਮਿਟਡ ਹੁੰਦਾ ਕਿ ਤੁਸੀਂ ਆਪਣੇ ਬੱਚੇ ਨੂੰ ਪਾਲਣਾ ਹੈ, ਘਰ ਦਾ ਕੰਮ ਕਰਨਾ ਹੈ। ਉਹ ਤੋਂ ਬਾਅਦ ਤੁਸੀਂ ਬਿਲਕੁਲ ਇੱਕ ਫੌਜੀ ਜਿਵੇਂ ਹੁੰਦਾ ਹੈ ਉਹ ਤੁਸੀਂ ਬਣ ਗਏ, ਫੌਜਣ ਬਣ ਗਏ। ਤੇ ਉਹ ਲਾਈਫ ਦੇ ਵਿੱਚ ਕਿੰਨਾ ਕੁ ਡਿਫਰੈਂਸ ਆਇਆ? ਪਹਿਲਾਂ ਤੁਸੀਂ ਕੀ ਕਰਦੇ ਸੀ, ਫਿਰ ਤੁਸੀਂ ਕੀ ਕਰਦੇ ਸੀ, ਉਹ ਕਿੰਨਾ ਕੁ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਚੇਂਜ ਲੱਗਿਆ? ਚੇਂਜ ਮੈਂ ਐਕਚੁਅਲੀ ਅਗਰ ਮੈਂ ਆਪਣੇ ਬਚਪਨ ਨੂੰ ਵੀ ਲਵਾਂ, ਸੋ ਮੈਂ ਇੱਕ ਐਥਲੈਟਿਕ ਬੈਕਗਰਾਊਂਡ ਨੂੰ ਬਿਲੋਂਗ ਕਰਦੀ। ਮੇਰੇ ਫਾਦਰ ਵੀ ਐਥਲੀਟ ਸੀ, ਮੇਰੇ ਬ੍ਰਦਰ ਸੈਨਿਕ ਸਕੂਲ ਕਪੂਰਥਲਾ 'ਚ ਪੜ੍ਹਦੇ ਸੀਗੇ। ਠੀਕ ਹੈ। ਤੇ ਉਹਨਾਂ ਦੇ ਬਾਰੇ ਵੀ ਇਹ ਲਿਖਿਆ ਹੋਇਆ ਹੈ ਕਿ ਅਗਰ ਉਹ ਆਪਣੀ ਐਥਲੈਟਿਕਸ ਕੰਟੀਨਿਊ ਕਰਨ ਤੇ ਉਹ ਕਿਸੇ ਵੀ ਵੱਡੇ ਬੰਦੇ ਦਾ ਰਿਕਾਰਡ ਬ੍ਰੇਕ ਕਰ ਸਕਦੇ ਹੋ। ਆਪਣੇ ਸਕੂਲ ਦੇ ਬੈਸਟ ਐਥਲੀਟ ਸੀ। ਮੇਰੀ ਸਿਸਟਰ, ਮੈਂ ਆਪਣੀ ਮਦਰ ਨੂੰ ਸਟਰਗਲ ਕਰਦੇ ਦੇਖਿਆ ਲਾਈਫ ਦੇ ਵਿੱਚ। ਸੋ ਜਿਹੜੀਆਂ ਸਟਰੋਂਗ ਲੇਡੀਜ਼ ਆ ਬਿਹਾਈਂਡ ਮੀ, ਮੈਂ ਕਹਿ ਸਕਦੀ ਮੇਰੀ ਨਾਨੀ, ਮੇਰੀ ਦਾਦੀ, ਮੇਰੀ ਮਦਰ, ਮੇਰੀ ਸਿਸਟਰ। ਫਿਰ ਜਦੋਂ ਮੇਰੇ ਬ੍ਰਦਰ ਦਾ ਵਿਆਹ ਹੋਇਆ, ਮੈਂ ਆਪਣੀ ਭਾਬੀ ਨੂੰ ਵੀ ਦੇਖਿਆ, ਉਹ ਵੀ ਬਹੁਤ ਸਟਰੋਂਗ ਨੇ। ਉਸ ਤੋਂ ਬਾਅਦ ਵਿਆਹ ਹੋ ਗਿਆ। ਵਿਆਹ ਚਲੋ ਇੱਕ ਡਿਫਰੈਂਟ ਹੁੰਦਾ ਕਿ ਚਲੋ ਹੁਣ ਤੁਹਾਡਾ ਵਿਆਹ ਹੋ ਗਿਆ, ਹੁਣ ਤੁਸੀਂ ਮਤਲਬ
ਘਰ ਦਾ ਕੰਮ ਕਰਨਾ ਜਾਂ ਜੋ ਵੀ ਹੈਗਾ, ਪਰ ਤਦ ਵੀ ਮੇਰੀ ਆਊਟਡੋਰ ਐਕਟੀਵਿਟੀਜ਼, ਮੈਂ ਸਕੂਲ ਜਾਣਾ, ਬੱਚੇ ਪੜ੍ਹਾਉਣਾ, ਪਰ ਡੈਫੀਨਿਟਲੀ ਘਰ ਦਾ ਵੀ ਕੰਮ ਕਰਨਾ। ਬਟ ਉਹਦੇ ਵਿੱਚ ਮੈਂ ਕਾਫੀ ਲੱਕੀ ਹਾਂ ਕਿਉਂਕਿ ਸੁਖਵਿੰਦਰ ਮੇਰੀ ਬਹੁਤ ਹੈਲਪ ਕਰਦੇ ਸੀਗੇ, ਕਿਉਂਕਿ ਇਹਨਾਂ ਦੀ ਮਦਰ ਨੇ ਜੋ ਇਹਨਾਂ ਨੂੰ ਸਿਖਾਇਆ ਸੀਗਾ ਕਿ ਤੁਸੀਂ ਲੜਕੇ ਜੇ, ਦੈਟ ਡਜ਼ਨਟ ਮੀਨ ਕਿ ਤੁਸੀਂ ਇਹ ਕੰਮ ਨਹੀਂ ਕਰਨਾ। ਜੀ ਜੀ। ਸੋ ਉਹਨਾਂ ਨੂੰ ਖਾਣਾ ਬਣਾਉਣਾ ਵੀ ਆਉਂਦਾ ਸੀ, ਉਹਨਾਂ ਨੂੰ ਸਿਲਾਈ ਕਢਾਈ ਵੀ ਉਹਨਾਂ ਨੇ ਸਿਖਾਈ ਸੀਗੀ। ਹਾਂਜੀ, ਸੋ ਹੀ ਕੁਡ ਡੂ ਐਵਰੀਥਿੰਗ, ਪੇਂਟਿੰਗ ਵਗੈਰਾ। ਐਂਡ ਇਹ ਸ਼ਾਇਦ ਸਿਮਰਨ ਨੇ ਉਹਨਾਂ ਤੋਂ ਇਨਹੈਰਿਟ ਕੀਤਾ ਹੈ ਸਾਰੀਆਂ ਚੀਜ਼ਾਂ, ਪੇਂਟਿੰਗਸ, ਲਿਖਣਾ। ਉਹ ਲਿਖਦੇ ਵੀ ਸੀ ਆਪਣਾ, ਉਹਨਾਂ ਦੀ ਕਮਾਂਡ ਅੱਛੀ ਸੀਗੀ ਇੰਗਲਿਸ਼ ਦੇ ਉੱਪਰ। ਸੋ ਉਹ ਚੀਜ਼ਾਂ ਐਂਡ ਸਟਰੋਂਗ। ਪਰ ਜੇ ਆਪਾਂ ਦੇਖੀਏ ਡਿਫਰੈਂਸ ਕਿ ਇੱਕ ਜਦੋਂ ਆਮ ਅਸੀਂ ਜ਼ਿੰਦਗੀ ਜੀਨੇ ਸਾਡੇ ਚ ਦੇਸ਼ ਭਗਤੀ ਦਾ ਉਹ ਜਜ਼ਬਾ ਨਹੀਂ ਹੁੰਦਾ ਜਿਹੜਾ ਇੱਕ ਫੌਜੀ ਬਣ ਕੇ ਆਉਂਦਾ ਹੈ, ਉਹ ਡਿਫਰੈਂਸ ਤਾਂ ਜ਼ਰੂਰ ਆਇਆ। ਉਹ ਡਿਫਰੈਂਸ, ਉਹ ਤਾਂ ਡੈਫੀਨਿਟਲੀ, ਉਹੀ ਤਾਂ ਮੈਂ ਕਿਹਾ, ਉਹ ਸਾਡੀ ਟ੍ਰੇਨਿੰਗ ਹੈ। ਉਹੀ ਟ੍ਰੇਨਿੰਗ ਦੇ ਵਿੱਚ ਹੀ ਸਾਨੂੰ ਇਹ ਟਰਾਂਸਫਾਰਮ ਕੀਤਾ ਜਾਂਦਾ ਹੈ, ਅਨਨੋਇੰਗਲੀ ਕਹਿ ਲਓ ਤੁਸੀਂ। ਸਾਨੂੰ ਤਾਂ ਇਹ ਕਹਿ ਕੇ ਤਾਂ ਇਹ ਕੁੱਟੀ ਤਾਂ ਹੈ ਨਹੀਂ ਕਿ ਤੁਹਾਨੂੰ ਪਿਲਾ ਦੇਣਗੇ ਇਹ। ਸੋ ਜਿਸ ਤਰ੍ਹਾਂ ਸਾਡੀ ਉਹ ਟ੍ਰੇਨਿੰਗ ਕਰਦੇ ਨੇ ਸਟੈਪ ਬਾਏ ਸਟੈਪ, ਸਾਨੂੰ ਇੱਕ ਦੂਜੇ ਲਈ ਖੜਾ ਹੋਣਾ ਸਿਖਾਉਂਦੇ ਨੇ, ਜਿੱਦਾਂ ਬਡੀ ਸਿਸਟਮ ਹੋ ਗਿਆ ਜਾਂ ਸਾਡੀ ਪੂਰੀ ਜਿਸ ਤਰ੍ਹਾਂ ਅਕੈਡਮੀ ਹੈ। ਸੋ ਇੱਕ ਦੂਜੇ ਲਈ ਸਾਨੂੰ ਉਹ ਕਰਨ, ਜੇ ਇੱਕ ਸਾਡਾ ਜਿੱਦਾਂ ਸਾਡਾ ਮੰਨ ਲਓ ਰੇਸ ਬੈਕ ਹੋ ਰਹੀ ਹੈ ਸਾਡੀ, ਕਿਸੇ ਅਸੀਂ ਐਕਸਰਸਾਈਜ਼ ਤੇ ਗਏ, ਵਾਪਸ ਅਸੀਂ ਰੇਸ ਬੈਕ ਕਰ ਰਹੇ ਹਾਂ, ਜੇ ਉਹਦੇ ਵਿੱਚ ਇੱਕ ਵੀ ਸਾਡਾ ਸਟੂਡੈਂਟ ਜਾਂ ਇੱਕ ਵੀ ਲੇਡੀ ਕੈਡੇਟ ਨੂੰ ਸੱਟ ਲੱਗ ਗਈ ਆ, ਤੁਸੀਂ ਚੁੱਕ ਕੇ ਲਿਆਓ, ਜਿਸ ਤਰ੍ਹਾਂ ਮਰਜ਼ੀ ਲਿਆਓ, ਪਰ ਤੁਸੀਂ ਆਣਾ ਸਾਰਿਆਂ ਨੇ ਇਕੱਠੇ ਆ। ਉਹ ਤੁਹਾਨੂੰ ਗੱਡੀ ਪ੍ਰੋਵਾਈਡ ਨਹੀਂ ਕਰਨਗੇ। ਠੀਕ ਹੈ। ਤੇ ਜੇ ਸਾਡੇ ਚੋਂ ਇੱਕ ਅੱਧੇ ਨੂੰ ਕੋਈ ਸੱਟ ਲੱਗ ਗਈ, ਉਹ ਤੋਂ ਨਹੀਂ ਚੱਲਿਆ ਜਾ ਰਿਹਾ, ਅਸੀਂ ਉਹਦੀਆਂ 2 ਜਾਣੇ ਉਹਦੀਆਂ ਬਾਹਾਂ ਇਸ ਤਰ੍ਹਾਂ ਫੜ ਕੇ, ਬਾਕੀਆਂ ਨੇ ਉਹਦੇ ਵੈਪਨ ਫੜੇ ਨੇ, ਕਿਸੇ ਨੇ ਉਹਦਾ ਪਿੱਠੂ ਫੜਿਆ ਹੋਇਆ ਹੈ। ਸੋ ਉਹ ਸਾਨੂੰ ਉਹ ਸਿਖਾਉਂਦੇ ਨੇ। ਇਹ ਨਹੀਂ ਕਿ ਚਲੋ ਇਹ ਲੇਡੀ ਜਾਂ ਇਸ ਜੈਂਟਲਮੈਨ ਕੈਡੇਟ ਨੂੰ ਕੁਝ ਹੋ ਗਿਆ ਤੇ ਚਲੋ ਗੱਡੀ ਭੇਜ ਕੇ ਇਹਨੂੰ ਚੁਕਵਾ ਲਓ, ਨਹੀਂ। ਉਹ 10 ਕਿਲੋਮੀਟਰ ਹੋ ਸਕਦਾ, 12 ਕਿਲੋਮੀਟਰ ਹੋ ਸਕਦਾ, ਤੁਸੀਂ ਆਪਣਾ ਕੈਂਡੀਡੇਟ ਵਾਪਸ ਨਾਲ ਤੁਸੀਂ ਖੁਦ ਲਿਆਣਾ ਹੈ। ਸੋ ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ ਹੈ ਅੱਗੇ ਫਿਰ ਜਰਨੀ ਸ਼ੁਰੂ ਹੋ ਗਈ। ਤੁਸੀਂ ਪਹਿਲਾਂ ਕਦੇ ਸੋਚਿਆ ਸੀਗਾ ਲਾਈਫ ਦੇ ਵਿੱਚ ਕਿ ਤੁਸੀਂ ਆਰਮੀ ਦੇ ਵਿੱਚ ਜਾਓਗੇ, ਤੁਸੀਂ ਫੌਜ ਦੇ ਵਿੱਚ ਸੇਵਾ ਕਰਨੀ ਹੈ ਦੇਸ਼ ਦੀ? ਨਹੀਂ, ਆਰਮੀ ਦਾ ਤੇ ਮਤਲਬ ਬਚਪਨ ਤੋਂ ਇੱਕ ਜਦੋਂ ਆਪਾਂ ਫੌਜੀਆਂ ਨੂੰ ਦੇਖਦੇ ਹਾਂ, ਈਵਨ ਜਦੋਂ ਅਸੀਂ ਮਤਲਬ ਅੱਜ ਕੱਲ੍ਹ ਤਾਂ ਖੈਰ ਬਹੁਤ ਚੇਂਜ ਹੋ ਗਿਆ ਹੈ, ਜਦੋਂ ਅਸੀਂ ਸਕੂਲ ਲਈ ਬੱਸ ਲਈ ਵੇਟ ਕਰਦੇ ਹੁੰਦੇ ਸੀ ਤੇ ਉਦੋਂ ਸਾਨੂੰ ਲੱਗਦਾ ਸੀ ਫੌਜੀਆਂ ਦੀਆਂ ਗੱਡੀਆਂ ਜਾ ਰਹੀਆਂ, ਕਿੰਨੀਆਂ ਗੱਡੀਆਂ ਜਾ ਰਹੀਆਂ, 50-60। ਬਾਅਦ ਵਿੱਚ ਪਤਾ ਲੱਗਾ ਇਹਨਾਂ ਨੂੰ ਕਨਵਾਏ ਕਹਿੰਦੇ ਆ। ਕਈ ਵਾਰ ਮੈਂ ਸਕੂਲ ਮਿਸ ਕੀਤੇ ਸੀ ਸਿਰਫ ਉਹਨਾਂ ਨੂੰ ਬਾਏ ਬਾਏ ਕਰਨ ਲਈ। ਇੱਕ ਯੂਨੀਫਾਰਮ ਦਾ ਚਾਮ ਤਾਂ ਸੀਗਾ, ਬਟ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਮੈਂ ਮਤਲਬ ਜਾਣਾ, ਖੁਦ ਜਾਣਾ, ਜਾਂ ਮੈਂ ਜਾ ਸਕਦੀ ਹਾਂ ਜਾਂ ਮੈਂ ਇਹ ਆਪਣਾ ਸੁਪਨਾ ਪੂਰਾ ਕਰ ਸਕਦੀ ਹਾਂ। ਬਟ ਪੰਜਾਬ ਦੇ ਵਿੱਚ ਤਾਂ ਐਜ਼ ਇਟ ਇਜ਼ ਫੌਜੀਆਂ ਦੀ ਬਹੁਤ ਰਿਸਪੈਕਟ ਹੈ, ਤੇ ਜਿੱਥੇ ਤੁਸੀਂ ਯੂਨੀਫਾਰਮ ਵਾਲਾ, ਉਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਹੁੰਦੀ ਸੀਗੀ। ਬਿਲਕੁਲ ਬਿਲਕੁਲ, ਹੁਣ ਵੀ ਹੈਗੇ। ਹਾਂਜੀ ਹਾਂਜੀ, ਮਤਲਬ ਬਾਏ ਜ਼ਰੂਰ ਕਰਦੇ ਨੇ ਕਿਉਂਕਿ ਉਹ ਸਾਡੇ ਲਈ ਸੇਵਾ ਕਰ ਰਹੇ ਹਨ। ਹਾਂਜੀ। ਸੋ ਪਹਿਲੀ ਵਾਰੀ ਤੁਹਾਡੀ ਪੋਸਟਿੰਗ ਹੈ ਜਿਹੜੀ ਉਹ ਕਿੱਥੇ ਹੋਈ ਤੇ ਕੀ ਤੁਹਾਡੀ ਡੈਜ਼ਿਗਨੇਸ਼ਨ ਕੀ ਸੀ? ਇਹ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਆਪਣਾ ਅਕੈਡਮੀ ਦੀ ਸਟੋਰੀ ਦੱਸਣਾ ਚਾਹਨੀ ਹਾਂ। ਸਾਡੇ ਅਕੈਡਮੀ ਦੇ ਵਿੱਚ ਵੀ ਫੇਜ਼ ਵਾਈਜ਼ ਚੀਜ਼ਾਂ ਹੁੰਦੀਆਂ, ਕਿਉਂਕਿ ਇੱਕਦਮ ਤਾਂ ਤੁਹਾਨੂੰ ਹਰ ਚੀਜ਼ ਦੇ ਲਈ ਨਹੀਂ ਕਰ ਸਕਦੇ। ਸੋ ਪਹਿਲਾਂ ਤੁਹਾਨੂੰ ਫਿਜ਼ੀਕਲੀ ਟ੍ਰੇਨਿੰਗ, ਡਰਿਲ, ਇਹ ਉਹ ਕਰਕੇ ਸਾਰਾ ਕੁਝ ਹੁੰਦਾ ਹੈ। ਇਹ ਸਾਰੇ ਨੂੰ ਰਗੜਾ ਕਹਿੰਦੇ ਨੇ। ਹਾਂ, ਇਹ ਸਾਰੇ ਨੂੰ ਰਗੜਾ ਕਹਿੰਦੇ ਨੇ। ਤੇ ਉਸ ਤੋਂ ਬਾਅਦ ਇੱਕ ਟਾਈਮ ਆਉਂਦਾ ਜਦੋਂ ਤੁਹਾਨੂੰ ਉਹ ਫਾਇਰਿੰਗ ਰੇਂਜ ਤੇ ਲੈ ਕੇ ਜਾਂਦੇ ਆ। ਠੀਕ ਹੈ। ਸੋ ਮੈਨੂੰ ਯਾਦ ਹੈ ਕਿ ਜਿਹੜਾ ਸਾਡਾ ਫਾਇਰਿੰਗ ਰੇਂਜ ਵਾਲਾ ਫਰਸਟ ਡੇ ਸੀਗਾ, ਉਹ 17 ਜੂਨ 98 ਸੀਗਾ। ਠੀਕ ਹੈ। ਸੋ ਆਲਮੋਸਟ ਆਈ ਥਿੰਕ ਪੂਰੇ 1 ਸਾਲ ਬਾਅਦ ਐਂਡ ਆਲਮੋਸਟ ਆਈ ਥਿੰਕ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ 7:30 ਵਜੇ ਦਾ ਟਾਈਮ ਸੀਗਾ ਜਦੋਂ ਇਹਨਾਂ ਦਾ ਇਨਕਾਊਂਟਰ ਹੋਇਆ, ਤੇ ਉਹੀ ਆਈ ਥਿੰਕ ਸਵੇਰੇ ਪਹੁੰਚ ਤਾਂ ਅਸੀਂ 4-5 ਵਜੇ ਜਾਂਦੇ ਆ, ਬਟ ਜਦੋਂ ਮੇਰੀ ਵਾਰੀ ਆਈ ਫਾਇਰਿੰਗ ਕਰਨ ਦੀ ਤੇ ਉਹ ਆਲਮੋਸਟ ਉਹੀ ਟਾਈਮ ਸੀਗਾ। ਸੋ ਮੈਂ ਉਸ ਟਾਈਮ ਕਾਫੀ ਰੋ ਰਹੀ ਸੀ, ਇੱਕ ਵੀ ਬੁਲੇਟ ਮੇਰੀ ਲੱਗੀ ਨਹੀਂ, ਤੇ ਬਿਕੋਜ਼ ਅੱਖਾਂ ਦੇ ਵਿੱਚ ਆਂਸੂ ਆਏ, ਉਹ ਇੱਕ ਵੀ ਬੁਲੇਟ ਨਹੀਂ ਲੱਗੀ। ਐਂਡ ਸਾਡੇ ਜਿਹੜੇ ਬੇਸਿਕ ਇੰਸਟਰਕਟਰ ਸੀ ਉਹਨਾਂ ਨੇ ਬੁਲਾਇਆ ਐਂਡ ਮੇਰੇ ਤੋਂ ਬੋਲਿਆ ਨਹੀਂ ਸੀ ਜਾ ਰਿਹਾ, ਮੈਂ ਰੋ ਰਹੀ ਸੀ। ਉਹਨਾਂ ਨੂੰ ਲੱਗਾ ਪਤਾ ਨਹੀਂ ਇਹਦੇ ਨਾਲ ਕੀ ਹੋ ਗਿਆ ਹੈ, ਕਿਸੇ ਨੇ ਬਦਤਮੀਜ਼ੀ ਕਰਤੀ ਜਾਂ ਮਤਲਬ ਲੇਡੀ ਕੈਡੇਟਸ ਨੇ ਮਤਲਬ ਕੋਈ ਲੜਾਈ ਹੋ ਗਈ। ਮੇਰੇ ਤੋਂ ਬੋਲਿਆ ਨਹੀਂ ਗਿਆ ਐਂਡ ਫਿਰ ਮੈਂ ਉਹਨਾਂ ਨੂੰ ਇਸ਼ਾਰਾ ਕੀਤਾ ਕਿ ਮੈਨੂੰ ਪੇਪਰ ਪੈਨ ਦੇ ਦਿਓ। ਦੈਨ ਆਈ ਰੋਟ ਕਿ ਇਟ ਇਜ਼ ਮਾਈ ਹਸਬੈਂਡਸ ਐਨਵਰਸਰੀ। ਸੋ ਫਿਰ ਉਹਨਾਂ ਨੇ ਮੈਨੂੰ ਸਾਈਡ ਤੇ ਬਾਤਾ ਕਿ ਠੀਕ ਹੈ ਤੂੰ ਅੱਜ ਫਾਇਰਿੰਗ ਨਾ ਕਰਾਓ। ਸੋ ਮਤਲਬ ਕੰਸੀਡਰੇਟ ਹੈਗੇ ਨੇ ਆਰਮੀ ਦੇ ਵਿੱਚ, ਮੈਂ ਨਹੀਂ ਕਹਾਂਗੀ, ਮਤਲਬ ਮੈਨੂੰ ਬਹੁਤ ਅੱਛੇ ਲੋਕ ਮਿਲੇ ਆਰਮੀ ਦੇ ਵਿੱਚ। ਔਰ ਟ੍ਰੇਨਿੰਗ ਸਾਡੀ ਡੈਫੀਨੇਟਲੀ ਬਹੁਤ ਟਫ ਸੀਗੀ। ਉਹ 6 ਮਹੀਨੇ ਸਾਨੂੰ ਪਤਾ ਵੀ ਨਹੀਂ ਲੱਗਾ ਕਿ ਉਹ ਤੁਸੀਂ ਕਦੋਂ ਅਕੈਡਮੀ 'ਚ ਆਏ ਔਰ ਕਦੋਂ ਤੁਸੀਂ ਬਾਹਰ ਗਏ, ਐਂਡ ਕਦੋਂ ਦਿਨ ਹੁੰਦਾ ਸੀ ਤੇ ਕਦੋਂ
ਰਾਤ ਹੁੰਦੀ ਸੀ। ਫਿਰ ਜਦੋਂ ਤੁਹਾਡੇ ਨਾਲ ਹੋਇਆ ਸੀ, ਤੁਸੀਂ ਕਿਹਾ ਕਿ ਫਾਇਰਿੰਗ ਰੇਂਜ ਦੇ ਵਿੱਚ ਪਹਿਲੇ ਦਿਨ ਗਏ, ਪਹਿਲੇ ਦਿਨ ਸ਼ੂਟਿੰਗ ਸੀਗੀ, ਤੁਸੀਂ ਨਹੀਂ ਕਰ ਪਾਏ ਸੀਗੇ 17 ਜੂਨ ਕਰਕੇ। ਫਿਰ ਉਸ ਤੋਂ ਬਾਅਦ ਤੁਸੀਂ ਕਦੋਂ ਉਸ ਮੋਡ ਦੇ ਵਿੱਚ ਆਏ ਸੀ ਫਾਇਰਿੰਗ ਲਈ? ਤੁਸੀਂ ਕਦੋਂ ਕੰਫਰਟੇਬਲ ਹੋਏ? ਕਿਹਨੇ ਤੁਹਾਨੂੰ ਸਪੋਰਟ ਕੀਤਾ? ਤੁਹਾਡੇ ਵੀ ਮਤਲਬ ਬੜੀ ਸਿਸਟਮ ਤੁਸੀਂ ਕਹਿੰਦੇ ਹੈਗਾ ਸੀ, ਤੇ ਕੌਣ ਉਦੋਂ ਤੁਹਾਡੀ ਸਪੋਰਟ ਬਣਿਆ ਸੀ? ਮੇਰੇ ਜਿਹੜੀ ਸਪੋਰਟ ਤਾਂ ਵੈਸੇ ਮੇਰੇ ਜਿੰਨੇ ਵੀ ਲੇਡੀ ਕੈਡੇਟ ਸੀਗੇ, ਤਾਂ ਮੇਰੀ ਬੜੀ ਰਮਨੀਕ ਸੀ, ਪ੍ਰਿਯੰਕਾ ਓਜਾ, ਮਤਲਬ ਮੈਂ ਸਭ ਦੇ ਮਤਲਬ ਸਾਰੇ ਜਿੰਨੇ ਵੀ ਮਿੰਨੀ ਵਿਨੀ ਜਿੰਨੇ ਵੀ ਸਾਰੇ ਸਾਡੇ ਸੀਗੇ ਸਪੋਰਟ ਸੀਗੇ। ਬਟ ਇੱਕ ਬੈਸਟ ਇਨਸੀਡੈਂਟ ਉਦੋਂ ਇਨਸੀਡੈਂਟ ਸਾਡਾ ਇਹ ਹੋਇਆ ਸੀ, ਉਦੋਂ ਇੱਕ ਲੇਡੀ ਆਫੀਸਰ ਸਾਡੇ ਉੱਥੇ ਆਈ ਸੀ ਐਜ਼ ਅ ਇੰਸਟਰਕਟਰ ਬਣ ਕੇ, ਐਂਡ ਉਹ ਵੀ ਅਕੈਡਮੀ 'ਚ ਪਹਿਲੀ ਲੇਡੀ ਸੀਗੀ ਜਿਹੜੀ ਐਜ਼ ਅ ਲੇਡੀ ਇੰਸਟਰਕਟਰ ਆਈ ਸੀਗੀ। ਰੀਨੂ ਸ਼ਰਮਾ ਮੈਮ। ਸੋ ਜਦੋਂ ਸਾਡਾ ਦੁਪਹਿਰ ਦਾ ਰੈਸਟ ਦਾ ਟਾਈਮ ਹੁੰਦਾ ਸੀ, ਕਿਉਂਕਿ ਵਿੱਚੋਂ ਕੋਈ ਡਿਸਟਰਬ ਨਹੀਂ ਸੀ ਕਰਦਾ, ਉਦੋਂ ਉਹਨਾਂ ਨੇ ਮੈਨੂੰ ਆਪਣੇ ਆਫਿਸ 'ਚ ਬੁਲਾ ਲੈਣਾ। ਸੋ ਚੂੰਕਿ ਉਦੋਂ ਮੈਨੂੰ ਪੰਨੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਕਿਉਂਕਿ ਨੇਮ ਐਜ਼ ਪਰ ਮੈਟ੍ਰਿਕੂਲੇਸ਼ਨ ਸਰਟੀਫਿਕੇਟ ਸੀਗਾ। ਤੇ ਉਹਨੇ ਮੈਨੂੰ ਕਹਿਣਾ, ਹਾਂ ਪੰਨੂ ਦੱਸ ਤੇਰੇ ਨਾਲ ਕੀ ਹੋਇਆ। ਸੋ ਪਹਿਲੇ ਦਿਨ ਸਟੋਰੀ ਆਪਣੀ ਸੁਣਾ ਕਿ ਕਿਸ ਤਰ੍ਹਾਂ ਲਾਈਕ, ਤੇ ਪਹਿਲੇ ਦਿਨ ਤਾਂ ਮੈਂ ਸ਼ੁਰੂ ਕੀਤੀ ਕਿ ਇਸ ਤਰ੍ਹਾਂ ਮੇਰੀ ਸ਼ਾਦੀ ਹੋਈ। ਤੇ ਜਦੋਂ ਥੋੜਾ ਜਿਹਾ ਹੋਇਆ, ਮੇ ਵੀ ਕਹੋ ਕਿ 30-40 ਸੈਕਿੰਡ ਬਾਅਦ ਮੈਂ ਰੋਣਾ ਸ਼ੁਰੂ ਕਰਤਾ। ਜਿਸ ਤਰ੍ਹਾਂ ਮੇਰਾ ਪਹਿਲਾ ਆਂਸੂ ਆਂਦਾ ਸੀ, ਉਦੋਂ ਕਹਿੰਦੀ ਸੀ ਬ੍ਰੇਕ ਆਫ ਜਾ। ਫਿਰ ਅਗਲੇ ਦਿਨ ਉਸੇ ਟਾਈਮ ਬੁਲਾਉਂਦੀ ਸੀਗੀ, ਹਾਂ ਯਾ ਪੰਨੂ ਕੀ ਹੋਇਆ ਤੇਰੇ ਨਾਲ। ਸੋ ਇਸ ਤਰ੍ਹਾਂ ਕਰਦੇ ਕਰਦੇ ਆਈ ਥਿੰਕ 15-20 ਦਿਨ, ਔਰ ਮੈਨੂੰ ਬੜਾ ਗੁੱਸਾ ਆਂਦਾ ਸੀ ਕਿ ਇਹਨੂੰ ਲਿਖ ਕੇ ਦੇ ਦਿਓ, ਇਹਨੂੰ ਨਹੀਂ ਸਮਝ ਆ ਰਹੀ, ਰੋਜ਼ ਮੇਰੇ ਤੋਂ ਕਿਉਂ ਪੁੱਛ ਰਹੀ ਹੈ, ਗੱਲ ਤਾਂ ਪੂਰੀ ਸੁਣਦੇ ਨਹੀਂ। ਹਾਂ ਜਦੋਂ ਮੈਂ ਫਿਰ ਜਦੋਂ 15-20 ਦਿਨ ਬਾਅਦ ਮੈਂ ਉਹਨੂੰ ਆਪਣੀ ਸਟੋਰੀ ਬਿਨਾਂ ਰੋਏ ਦੱਸੀ, ਫਿਰ ਉਹਨੇ ਮੈਨੂੰ ਕਿਹਾ ਕਿ ਇਹ ਮੈਂ ਚਾਹੁੰਦੀ ਤੇਰੇ ਕੋਲੋਂ ਕਿ ਤੇਰੀ ਅੱਖਾਂ 'ਚੋਂ ਆਂਸੂ ਨਾ ਨਿਕਲੇ ਕਦੀ ਵੀ ਜ਼ਿੰਦਗੀ 'ਚ, ਅੱਜ ਤੋਂ ਬਾਅਦ ਆਪਣੇ ਆਪ ਨੂੰ ਵੀਕ ਨਹੀਂ ਮਹਿਸੂਸ ਕਰਵਾਉਣਾ ਕਿਸੇ ਦੇ ਸਾਹਮਣੇ। ਸੋ ਉਹ ਬਾਅਦ ਵਿੱਚ ਮੈਨੂੰ ਉਹਨਾਂ ਦੀ ਇਹ ਗੱਲ ਸਮਝ ਆਈ। ਸੋ ਮੈਂ ਜਦੋਂ ਉਹਨਾਂ ਨੂੰ ਮਿਲਦੀ ਹਾਂ, ਮੈਂ ਉਹਨਾਂ ਨੂੰ ਕਹਿੰਦੀ ਕਿ ਥੈਂਕ ਯੂ ਕਿ ਤੁਸੀਂ ਇਹ ਕੀਤਾ। ਉਸ ਤੋਂ ਬਾਅਦ ਫਿਰ ਤੁਹਾਡੀ ਸ਼ੂਟਿੰਗ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਰਹੀ ਹੈ? ਉਹ ਤਾਂ ਬਸ ਠੀਕ ਸੀ, ਐਵਰੇਜ, ਬਟ ਹਾਂ ਆਈ ਕੁਡ ਡੂ ਇਟ। ਜੀ। ਸੋ ਕਿਹੜੀ ਚੀਜ਼ ਤੁਹਾਡੇ 'ਚ, ਜੇ ਤੁਸੀਂ ਕਹੋ ਕਿ ਇੱਕ ਐਜ਼ ਏ ਆਰਮੀ ਪਰਸਨ, ਕਿਹੜੀ ਚੀਜ਼ ਤੁਸੀਂ ਬੈਸਟ ਸੀਗੇ? ਮੈਂ ਫਿਜ਼ੀਕਲ ਦੇ ਵਿੱਚ ਬੈਸਟ ਸੀਗੀ, ਜਿੱਦਾਂ ਰਨਿੰਗ ਹੋ ਗਿਆ ਜਾਂ ਆਪਣਾ ਪੀਟੀ ਦੇ ਵਿੱਚ ਹੋ ਗਿਆ, ਜਿੰਨਾ ਫਿਜ਼ੀਕਲ 'ਚ ਮੈਂ ਮਤਲਬ ਮੈਨੂੰ ਲੱਗਦਾ ਮੈਂ ਅੱਜ ਵੀ ਬੈਸਟ ਹਾਂ, ਬਟ ਉਦੋਂ ਵੀ ਮੈਨੂੰ ਠੀਕ ਲੱਗਾ ਸੀ। ਓਕੇ, ਤੁਹਾਨੂੰ ਮਤਲਬ ਇਹਦੇ ਲਈ ਰਿਕਗਨਾਈਜ਼ ਕੀਤਾ ਜਾਂਦਾ ਸੀ? ਹਾਂਜੀ ਹਾਂਜੀ। ਕਿਵੇਂ ਬੈਸਟ ਸੀਗੇ ਤੁਸੀਂ ਦੂਸਰਿਆਂ ਦੇ ਮੁਕਾਬਲੇ? ਕਿੰਨੇ ਕੁ ਤੁਸੀਂ ਵਧੀਆ ਕਰ ਲੈਂਦੇ ਸੀ? ਕੋਈ ਐਗਜ਼ਾਮਪਲ ਕਿ ਹਾਂ ਦੂਸਰਾ ਜੇ ਇੰਨੇ ਕਿਲੋਮੀਟਰ ਭੱਜਦਾ ਤੇ ਤੁਸੀਂ ਇੰਨੇ ਭੱਜ ਲੈਂਦੇ ਸੀ? ਇੱਕ ਤਾਂ ਸਭ ਤੋਂ ਵੱਡਾ ਡਿਫਰੈਂਸ ਇਹ ਸੀਗਾ ਕਿ ਮੈਂ ਆਪਣੇ ਬੈਚਮੇਟ ਨਾਲੋਂ ਆਲਮੋਸਟ 6-7 ਸਾਲ ਵੱਡੀ ਸੀਗੀ। ਠੀਕ ਹੈ, ਕਿਉਂਕਿ ਉਹ ਮੇਰੇ ਤੋਂ ਛੋਟੀਆਂ ਸੀਗੀਆਂ। ਸੈਕੰਡਲੀ 1.5 ਸਾਲ ਪਹਿਲਾਂ ਮੇਰਾ ਸਜੇਰੀਅਨ ਹੋਇਆ ਸੀਗਾ, ਸਿਮਰਨ ਸਜੇਰੀਅਨ ਨਾਲ ਪੈਦਾ ਹੋਈ ਸੀਗੀ। ਸੋ ਅਗਰ ਉਸ ਚੀਜ਼ ਨੂੰ ਤੁਸੀਂ ਮੱਦੇਨਜ਼ਰ ਰੱਖ ਕੇ ਤੁਸੀਂ 1.5 ਸਾਲ ਦੇ ਬਾਅਦ ਯੂ ਸਟਾਰਟਡ ਰਨਿੰਗ, ਸਾਰਾ ਕੁਝ ਤੁਸੀਂ ਕਰ ਰਹੇ ਜੇ, ਜਿੰਨਾ ਰਗੜਾ ਸਭ ਨੂੰ ਮਿਲ ਰਿਹਾ ਤੁਹਾਨੂੰ ਵੀ ਮਿਲ ਰਿਹਾ ਹੈ। ਸੋ ਉਸ ਪੁਆਇੰਟ ਆਫ ਵਿਊ ਨਾਲ ਅਗਰ ਮੈਂ ਕਹਾਂ, ਸੀ 40 ਲੇਡੀ ਕੈਡੇਟ ਸੀਗੀਆਂ ਉਦੋਂ ਸਾਡੇ ਬੈਚ ਦੇ ਵਿੱਚ, ਤੇ ਅਗਰ ਮੈਂ ਆਪਣਾ ਫਿਜ਼ੀਕਲ ਕਰਾਂ ਤੇ ਮੈਂ 10ਵੇਂ-15ਵੇਂ ਨੰਬਰ ਤੇ ਹੋਵਾਂਗੀ। ਠੀਕ ਹੈ, ਹਾਂਜੀ। ਇਹ ਨਹੀਂ ਕਿ ਮੈਂ ਬਿਲਕੁਲ ਉਹ ਸੀਗੀ, ਬਟ ਫਿਰ ਵੀ ਮੈਂ ਆਈ ਵਾਸ ਕੰਪੀਟਿੰਗ ਆਪਣੇ ਨਾਲੋਂ ਬਹੁਤ ਛੋਟੀ ਕੁੜੀਆਂ ਨਾਲ। ਜੀ ਜੀ। ਸੋ ਤੁਹਾਡੀ ਟ੍ਰੇਨਿੰਗ ਹੋਈ ਹੈ, ਟ੍ਰੇਨਿੰਗ ਦੌਰਾਨ ਫੌਜੀਆਂ ਨੂੰ ਜਿਹੜੀ ਇਹ ਸਪਿਰਿਟ ਹੁੰਦੀ ਹੈ ਕਿ ਅਸੀਂ ਦੇਸ਼ ਦੇ ਲਈ ਲੜਨਾ ਹੈ, ਦੇਸ਼ ਦੇ ਲਈ ਮਰਨਾ ਹੈ, ਵੈਸੇ ਤਾਂ ਮੈਨੂੰ ਲੱਗਦਾ ਕਿ ਹਰ ਕੋਈ ਹੁੰਦਾ ਜਿਹੜਾ ਆਪਣੇ ਦੇਸ਼ ਨੂੰ ਪਿਆਰ ਕਰਦਾ ਹੁੰਦਾ ਹੈ, ਹਰ ਮੁਲਕ ਦੇ ਵਿੱਚ ਰਹਿੰਦਾ ਵਾਸੀ ਹੈ, ਪਰ ਜਿਹੜੇ ਫੌਜੀ ਨੇ ਉਹਨਾਂ ਨੇ ਪ੍ਰੈਕਟੀਕਲੀ ਉਸ ਚੀਜ਼ ਨੂੰ ਮੰਨ ਕੇ ਚੱਲਣਾ ਹੁੰਦਾ ਕਿ ਕਿਸੇ ਵੇਲੇ ਸਾਡੇ ਨਾਲ ਮਤਲਬ ਅਸੀਂ ਸ਼ਹੀਦ ਵੀ ਹੋ ਸਕਦੇ ਹਾਂ। ਉਹ ਜਿਹੜੀ ਸਪਿਰਿਟ ਹੈ ਤੁਹਾਡੇ ਮਨ ਦੇ ਵਿੱਚ, ਉਹ ਜਜ਼ਬਾ ਜਿਹੜਾ ਉਹ ਕਿੰਨਾ ਕੁ ਸੀਗਾ, ਕਿਵੇਂ ਭਰਿਆ? ਇਹ ਤਾਂ ਮੇਰੇ ਖਿਆਲ ਜਦੋਂ ਤੁਸੀਂ ਸ਼ਾਇਦ ਅਕੈਡਮੀ ਦੀ ਪਹਿਲੇ ਦਿਨ ਤੋਂ ਹੀ ਟ੍ਰੇਨਿੰਗ ਸ਼ੁਰੂ ਕਰ ਦਿੰਦੇ ਜੇ, ਤੇ ਇਹ ਜਿੱਦਾਂ ਤੁਹਾਡੇ ਅੰਦਰ ਨੈਚੁਰਲੀ ਬਲੱਡ ਚੱਲ ਰਿਹਾ ਹੈ, ਤੇ ਇਹ ਜਜ਼ਬਾ ਤੁਹਾਡਾ ਨਾਲ ਨਾਲ ਹੀ ਚੱਲ ਰਿਹਾ ਹੈ। ਜੀ। ਉਸ ਟਾਈਮ ਮਤਲਬ 24.5 ਸਾਲ ਬਾਅਦ ਹੁਣ ਮੈਂ ਰਿਟਾਇਰ ਹੋਈ ਹਾਂ, ਸੁਪਰਐਨੂਏਟ ਹੋਈ ਹਾਂ ਆਰਮੀ 'ਚੋਂ। ਸੋ ਮਤਲਬ ਅੱਜ ਵੀ ਜਿਸ ਤਰ੍ਹਾਂ ਜੇ ਬਾਹਰ ਖੜੋ ਤੇ ਉੱਪਰੋਂ ਤੁਹਾਨੂੰ ਆਈਐਲ ਨਜ਼ਰ ਆਉਂਦਾ ਜਾਂ ਤੁਹਾਨੂੰ ਮਤਲਬ ਇੱਕ ਫੌਜੀ ਨਜ਼ਰ ਆਉਂਦਾ, ਤੇ ਉਹ ਲੱਗਦਾ ਹੈ ਮਤਲਬ ਉਹ ਅੰਦਰ ਹੈ। ਜੀ, ਹਾਂਜੀ, ਅੰਦਰ ਹੈ ਬਿਲਕੁਲ। ਤੇ ਉਹ ਜਿਹੜਾ ਬੈਲੈਂਸ ਹੈ, ਇੱਕ ਤੁਸੀਂ ਆਪਣੇ ਇੱਕ ਪਾਸੇ ਆਪਣੀ 1.5 ਸਾਲ ਦੀ ਬੱਚੀ ਨੂੰ ਵੀ ਤੁਸੀਂ ਪਾਲਣਾ ਹੈਗਾ, ਤੇ ਦੂਸਰੇ ਪਾਸੇ ਤੁਸੀਂ ਤੁਹਾਡੇ ਮਨ ਦੇ ਵਿੱਚ ਉਹ ਜਜ਼ਬਾ ਵੀ ਹੈ ਕਿ ਤੁਸੀਂ ਦੇਸ਼ ਲਈ ਕੁਰਬਾਨ ਵੀ ਹੋਣਾ ਹੈ, ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਆ। ਉਸ ਚੀਜ਼ ਨੂੰ ਬੈਲੈਂਸ ਕਿਵੇਂ ਕਰਦਾ ਹੈਗਾ ਮਨ, ਕਿਵੇਂ ਤੁਸੀਂ ਕੀਤਾ?
ਜਦੋਂ ਮੈਂ ਟ੍ਰੇਨਿੰਗ ਲਈ ਗਈ ਸੀ ਉਦੋਂ ਆਪਣੀ ਬੇਟੀ ਨੂੰ ਮੈਂ ਆਪਣੀ ਸਿਸਟਰ ਦੇ ਕੋਲ ਹੀ ਛੱਡ ਕੇ ਗਈ ਸੀ, ਕਿਉਂਕਿ ਉਹ ਹਮੇਸ਼ਾ ਉਹਦੇ ਨਾਲ ਕਲੋਜ਼ ਰਹੀ ਹੈ ਐਂਡ ਕੰਫਰਟੇਬਲ ਰਹੀ ਹੈ। ਮੰਮੀ ਆਂਦੇ ਜਾਂਦੇ ਰਹਿੰਦੇ ਸੀ, ਮੰਮੀ ਵੀ ਦੇਖਦੇ ਸੀਗੇ। ਇੱਕਦਮ ਤੁਸੀਂ ਬੱਚੇ ਨੂੰ ਛੱਡ ਕੇ ਜਾਣਾ ਕਾਫੀ ਔਖਾ ਹੁੰਦਾ ਹੈ ਇਹ ਚੀਜ਼ ਦਾ, ਕਿਉਂਕਿ ਬੱਚੇ ਇੱਕਦਮ ਉਹਦੇ ਫਾਦਰ ਚਲੇ ਗਏ। ਹਾਲਾਂਕਿ 1.5 ਸਾਲ ਦੇ ਬੱਚੇ ਨੂੰ ਸ਼ਾਇਦ ਮੈਂ ਕਹਾਂਗੀ ਕਿ ਪਤਾ ਨਹੀਂ ਹੋਏਗਾ, ਬਟ ਡੈਫੀਨੇਟਲੀ ਅੰਦਰੋਂ ਤੁਹਾਨੂੰ ਫੀਲ ਹੋਇਆ ਹੈ ਕਿ ਕੋਈ ਗਿਆ ਹੈ। ਇੱਕ ਕਨੈਕਸ਼ਨ ਹੈ, ਉਹ ਐਕਸਪਲੇਨ ਨਹੀਂ ਕਰ ਸਕਦਾ ਉਹ ਬੱਚਾ, ਉਹ ਨਾ ਹੀ ਅਸੀਂ ਉਸ ਚੀਜ਼ ਨੂੰ ਐਕਸਪਲੇਨ ਕਰ ਸਕਦੇ। ਅਸੀਂ ਸਿਰਫ ਇਹ ਕਹਿ ਕੇ ਛੱਡਦੇ ਨੇ, ਬੱਚਾ ਉਹਨੂੰ ਸ਼ਾਇਦ ਨਹੀਂ ਸਮਝ ਆਉਂਦੀ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਬੱਚੇ ਨੂੰ ਸਮਝ ਆਉਂਦੀ ਹੈ। ਬਿਲਕੁਲ, ਕਿਉਂਕਿ ਜਿਹੜਾ ਤੁਹਾਡੀ ਬੇਟੀ ਸਿਮਰਨ ਰੰਧਾਵਾ ਨੇ ਇੱਕ ਕਿਤਾਬ ਲਿਖੀ ਹੈ, ਉਹ ਮੈਨੂੰ ਲੱਗਦਾ ਉਹ 1.5 ਸਾਲ ਦਾ ਜਿਹੜਾ ਕਨੈਕਸ਼ਨ ਜੁੜਿਆ ਸੀ ਉਹ ਇੰਨਾ ਕੁ ਮਜ਼ਬੂਤ ਹੈ, ਉਹ ਕਿਤਾਬ ਚੋਂ ਆਪਾਂ ਪੜ੍ਹ ਸਕਦੇ ਹਾਂ। ਸਾਰੀ ਜ਼ਿੰਦਗੀ ਸ਼ਾਇਦ ਜੋੜ ਕੇ ਰੱਖਿਆ। ਬਿਲਕੁਲ ਬਿਲਕੁਲ। ਸੋ ਫਿਰ ਉਦੋਂ ਮੈਂ ਉਹਨੂੰ ਸਿਸਟਰ ਦੇ ਕੋਲ ਛੱਡ ਕੇ ਗਈ ਟ੍ਰੇਨਿੰਗ ਦੇ ਟਾਈਮ ਤੇ, ਐਂਡ ਉਸ ਤੋਂ ਬਾਅਦ ਜਦੋਂ ਆਰਮੀ ਦੇ ਵਿੱਚ ਮੈਂ ਆ ਕੇ ਲੈਫਟੀਨੈਂਟ ਬਣ ਕੇ ਆ ਗਈ ਤੇ ਮੇਰੀ ਫਰਸਟ ਯੂਨਿਟ ਲੱਕੀਲੀ ਮੈਨੂੰ ਜਲੰਧਰ ਹੀ ਮਿਲੀ ਸੀ। ਜਲੰਧਰ ਹੀ ਮੇਰੀ ਸਿਸਟਰ ਸੀਗੀ। ਅੱਛਾ। ਸਿਮਰਨ ਨੇ ਬਹੁਤ ਅੱਛੀ ਤਰ੍ਹਾਂ ਅਡਾਪਟ ਕੀਤਾ ਇਹ ਐਟਮੋਸਫੀਅਰ, ਐਂਡ ਮਤਲਬ ਮੈਨੂੰ ਕੋਈ ਖਾਸ ਮੁਸ਼ਕਿਲ ਨਹੀਂ ਆਈ। ਡੈਫੀਨਿਟਲੀ ਥੋੜੀ ਬਹੁਤ ਬੱਚੇ ਨੂੰ ਹੁੰਦੀ ਕਿ ਜਦੋਂ ਤੁਸੀਂ ਸਵੇਰੇ ਜਾਣ ਲੱਗਦੇ ਜੇ ਬੱਚਾ ਤੁਹਾਨੂੰ ਕਹਿੰਦਾ ਕਿ ਨਾ ਜਾਓ, ਸੋ ਉਹ ਤਾਂ ਹੁੰਦਾ ਹੀ ਹੈ। ਹਾਂਜੀ ਹਾਂਜੀ। ਤੇ ਬਟ ਉਹ ਫਿਰ ਬਿਲਕੁਲ ਗਰੋ ਅਪ ਹੋਈ ਹੈ ਮੇਰੇ ਨਾਲ ਇਸੇ ਐਟਮੋਸਫੀਅਰ ਦੇ ਵਿੱਚ। 10th ਤੱਕ ਮੇਰੇ ਨਾਲ ਰਹੀ ਹੈ। 10th ਜਦੋਂ ਕਰ ਰਹੀ ਸੀ ਉਦੋਂ ਮੈਂ ਸ਼੍ਰੀਨਗਰ ਸੀਗੀ, ਐਂਡ ਉਸ ਤੋਂ ਬਾਅਦ ਫਿਰ ਮੈਨੂੰ 2 ਸਾਲ ਵਾਸਤੇ ਹੌਸਟਲ ਪਾਤਾ ਸੀਗਾ ਸ਼ੋਵਰ ਨੈਨੀਤਾਲ, ਐਂਡ ਉਸ ਤੋਂ ਬਾਅਦ ਫਿਰ ਅਗਲੀ ਫਰਦਰ ਸਟੱਡੀਜ਼ ਵਾਸਤੇ ਕੈਨੇਡਾ ਚਲੇ ਗਈ ਸੀ ਵੈਨਕੂਵਰ। ਠੀਕ ਹੈ। ਜਦੋਂ ਤੁਸੀਂ ਆਪਣੇ ਬੱਚੇ ਨੂੰ ਸਿੰਗਲ ਹੈਂਡਡਲੀ ਰੇਜ਼ ਕਰਦੇ ਜੇ ਤੇ ਤੁਹਾਡੇ ਉੱਤੇ ਡਬਲ ਰਿਸਪੌਂਸਿਬਿਲਿਟੀ ਹੁੰਦੀ ਹੈ। ਜੀ ਜੀ। ਤੁਹਾਨੂੰ ਲੋਕ ਜੱਜ ਕਰਦੇ ਨੇ ਕਿ ਇਹ ਇਕੱਲੀ ਕਿਸ ਤਰ੍ਹਾਂ ਸੰਭਾਲੇਗੀ, ਕਿਉਂਕਿ ਕੁਝ ਜੋ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਦੋਂ ਆਪਾਂ ਬੱਚਾ ਆਪਣਾ ਫੈਮਿਲੀ ਬਣਦੀ ਹੈ, ਕੁਝ ਜ਼ਿੰਮੇਵਾਰੀਆਂ ਮਾਂ ਨਿਭਾਉਂਦੀ ਹੈ, ਕੁਝ ਫਾਦਰ ਨਿਭਾਉਂਦਾ ਹੈ। ਹਾਂਜੀ। ਸੋ ਇੱਥੇ ਤੁਸੀਂ ਦੋਨੋਂ ਨਿਭਾ ਰਹੇ ਜੇ, ਔਰ ਤੁਸੀਂ ਉਹਦੇ ਵਿੱਚ ਮਤਲਬ ਕਦੀ ਵੀ ਚੁੱਕਣਾ ਨਹੀਂ, ਇਹ ਚੂਕ ਨਹੀਂ ਕਰਨਾ ਚਾਹੋਗੇ ਕਿ ਕੋਈ ਤੁਹਾਨੂੰ ਇਹ ਕਵੇ ਕਿ ਇਹਦਾ ਫਾਦਰ ਨਹੀਂ ਸੀਗਾ ਤੇ ਇਹ ਹੋ ਗਿਆ। ਸੋ ਉਹ ਪ੍ਰੈਸ਼ਰ ਮੇਰੇ ਅੰਦਰ ਹਮੇਸ਼ਾ ਥੋੜਾ ਬਹੁਤ ਰਿਹਾ ਹੈ ਇਸ ਚੀਜ਼ ਨੂੰ, ਕਿ ਮੇਰਾ ਬੱਚਾ ਕੁਛ ਮਤਲਬ ਮੈਂ ਕੁਛ ਇਹੋ ਜਿਹਾ ਨਾ ਕਰਾਂ ਕਿ ਜਿਹੜਾ ਉਹਦੇ ਲਈ ਠੀਕ ਨਾ ਕਰੇ ਹੋਵੇ। ਇਹਦੇ ਵਿੱਚ ਤਾਂ ਮੈਂ ਇੰਨਾ ਕਹਾਂਗੀ ਕਿ ਲੱਕੀਲੀ ਸਿਮਰਨ ਮੇਰੀ ਇਸ ਸਿਚੁਏਸ਼ਨ ਨੂੰ ਅੰਡਰਸਟੈਂਡ ਕੀਤਾ ਉਹਨੇ ਥਰੂ ਆਊਟ। ਜੀ ਜੀ। ਜੇ ਆਪਾਂ ਇੱਕ ਡਿਫਰੈਂਸ ਦੀ ਗੱਲ ਕਰ ਲਈਏ, ਜਿਵੇਂ ਤੁਸੀਂ ਕਹਿੰਦੇ ਸੀ ਕਿ ਤੁਹਾਨੂੰ ਵੀ ਨਹੀਂ ਪਤਾ ਸੀ ਕਿ ਆਰਮੀ ਦੇ ਵਿੱਚ, ਸਾਡੀ ਇੰਡੀਅਨ ਆਰਮੀ ਦੇ ਵਿੱਚ ਫੀਮੇਲਸ ਵੀ ਜਾ ਸਕਦੀਆਂ ਨੇ। ਉੱਥੇ ਜਿਹੜਾ ਆਮ ਸੁਸਾਇਟੀ ਦੇ ਵਿੱਚ ਆਪਾਂ ਦੇਖਦੇ ਹਾਂ ਮੇਲ ਫੀਮੇਲ ਦੇ ਵਿੱਚ ਬੜਾ ਪਾੜਾ ਹੈਗਾ, ਆਰਮੀ ਦੇ ਵਿੱਚ ਵੀ ਕੁਝ ਏਦਾਂ ਦਾ ਫੇਸ ਕਰਨਾ ਪੈਂਦਾ ਹੈ ਕਿ ਥੋੜਾ ਜਿਹਾ ਫਰਕ ਨਜ਼ਰ ਆਵੇ ਜਾਂ ਨਹੀਂ? ਮੈਨੂੰ ਨਹੀਂ ਕਰਨਾ ਪਿਆ। ਔਰ ਮੈਂ ਜਿੱਥੋਂ ਤੱਕ ਆਪਣੇ 24.5 ਸਾਲ ਦੀ ਜਰਨੀ ਦੇ ਵਿੱਚ ਦੇਖਿਆ ਹੈ, ਕੁਛ ਐਸਾ ਹੈ ਨਹੀਂ ਹੈ ਕਿ ਜਿੱਥੇ ਸਾਨੂੰ ਇਹ ਫੇਸ ਕਰਨਾ ਪਵੇ ਕਿ ਡਿਸਕ੍ਰਿਮੀਨੇਸ਼ਨ ਹੈਗਾ ਹੈ, ਕਿ ਜਿੱਥੇ ਕਹੋ ਕਿ ਇਹ ਲੇਡੀ ਇਹ ਕੰਮ ਨਹੀਂ ਕਰ ਸਕਦੀ, ਇਹ ਬੰਦਾ ਇਹ ਕੰਮ ਕਰ ਲੇਗਾ, ਐਸਾ ਕੁਛ ਨਹੀਂ ਹੈ। ਕਿਉਂਕਿ ਜਿੱਥੋਂ ਤੱਕ ਸਾਡੇ ਪ੍ਰੋਫਾਈਲ ਹੈ ਪੋਸਟਿੰਗਸ ਦੀਆਂ, ਲੇਡੀ ਆਫਿਸਰਸ ਅੱਜ ਕੱਲ੍ਹ ਸਿਐਚਨ ਤੱਕ ਵੀ ਜਾ ਰਹੀਆਂ ਹੈ, ਐਂਡ ਹੁਣ ਰੀਸੈਂਟਲੀ ਜਵਾਨਾਂ ਦੇ ਵਿੱਚ ਵੀ ਭਰਤੀ ਹੋ ਰਹੀਆਂ ਹੈ, ਜਿਸ ਤਰ੍ਹਾਂ ਅਗਨੀਵੀਰ ਦੇ ਵਿੱਚ ਵੀ ਆਈਆਂ, CMP ਦੇ ਵਿੱਚ ਵੀ ਆਈਆਂ, ਹੁਣ ਰੈਗੂਲਰ ਆਰਮੀਜ਼ ਦੇ ਵਿੱਚ ਵੀ ਆ ਰਹੀਆਂ। ਔਰ ਲੇਡੀਜ਼ ਆਰਮੀ ਦੇ ਵਿੱਚ ਸਿਰਫ ਜਿਸ ਤਰ੍ਹਾਂ ਆਪਾਂ ਕਹੀਏ ਕਿ ਡਾਕਟਰੀ ਲਾਈਨ AMC, ਉਹਦੇ 'ਚ ਤਾਂ ਬਹੁਤ ਟਾਈਮ ਤੋਂ ਆਈਆਂ ਜੀ ਜੀ, ਐਂਡ ਉਹ ਬਹੁਤ ਅੱਗੇ ਜਾ ਕੇ ਇਲਾਜ ਕਰ ਰਹੀਆਂ। ਐਸਾ ਨਹੀਂ ਉਹਨਾਂ ਲਈ ਹੈ ਕਿ ਇਹ ਲੇਡੀ ਆ ਜਾਂ ਇਹਦੇ ਬੱਚੇ ਆ ਜਾਂ ਇਹਦੀ ਫੈਮਿਲੀ ਆ ਤੇ ਇਹਨੂੰ ਅਸੀਂ ਸ਼੍ਰੀਨਗਰ ਨਹੀਂ ਭੇਜਣਾ ਜਾਂ ਇਹਨੂੰ ਅੱਗੇ ਪੋਸਟਾਂ 'ਤੇ ਨਹੀਂ ਭੇਜਣਾ, ਇੱਦਾਂ ਦਾ ਕੁਛ ਨਹੀਂ ਹੈ। ਲੇਡੀ ਆਫਿਸਰਸ ਬਹੁਤ ਅੱਗੇ ਜਾਂਦੀਆਂ ਨੇ। ਜਦੋਂ ਉਹ AMC ਦੇ ਵਿੱਚ ਡਾਕਟਰ ਸੀਗੀਆਂ ਉਦੋਂ ਵੀ ਉਹ ਪੋਸਟਾਂ 'ਤੇ ਡਿਟੇਲ ਹੁੰਦੀਆਂ, ਉੱਥੇ ਜਾਂਦੀਆਂ ਹੈ। ਐਂਡ ਜਦੋਂ ਅਸੀਂ ਆਏ ਹਾਂ ਅਸੀਂ ਵੀ ਕਾਫੀ ਅੱਗੇ ਤੱਕ ਗਏ, ਤਾਂ ਲੇਹ ਲਦਾਖ ਮੈਂ ਗਈ ਹਾਂ, ਲੇਹ ਲਦਾਖ 2 ਸਾਲ ਰਹੀ ਹਾਂ, ਸ਼੍ਰੀਨਗਰ ਮੈਂ 3 ਸਾਲ ਰਹੀ ਹਾਂ, ਜਿਹੜੀ ਮੇਰੀ ਹਾਰਡ ਫੀਲਡ ਦੇ ਵਿੱਚ ਆ ਜਾਂਦੇ ਨੇ। ਡਿਊਟੀ ਤੋਂ ਇਲਾਵਾ ਅਸੀਂ ਵਾਕ ਲਈ ਜਾਣਾ ਜਾਂ ਅਸੀਂ ਮਤਲਬ ਕੋਈ ਵੀ ਪਹਾੜ ਦੇਖ ਲੈਣਾ, ਪਹਾੜ ਤੇ ਚੜ ਜਾਣਾ, ਜਾਂ ਮੈਰਾਥਨਸ ਉੱਥੇ ਮੈਂ 2 ਭੱਜੀਆਂ ਸੀਗੀਆਂ, ਲਦਾਖ ਹਾਈਐਸਟ ਮੈਰਾਥਨ 21 ਕਿਲੋਮੀਟਰ, 2 ਮੈਂ ਮੈਰਾਥਨ ਕੀਤੀਆਂ ਸੀ ਉੱਥੇ। ਅੱਛਾ। ਹਾਂਜੀ। ਤਾਂ ਮੇਰੀ ਬੇਟੀ ਵੀ ਸੀ ਨਾਲ। ਪਹਿਲਾਂ ਤਾਂ ਅਸੀਂ ਦੋਨਾਂ ਨੇ 21 ਕੀਤੀ ਸੀ, ਜਿਹੜੀ ਸੈਕਿੰਡ ਸੀਗੀ ਉਹਨੇ 42 ਕੀਤੀ ਸੀਗੀ, 42 ਕਿਲੋਮੀਟਰ, ਮੈਂ 21 ਕਿਲੋਮੀਟਰ ਕੀਤੀ ਸੀਗੀ। ਠੀਕ ਹੈ। ਸੋ ਹੋਰ ਕੀ ਸ਼ੌਕ ਨੇ ਤੁਹਾਡੇ? ਮੇਰਾ ਸ਼ੌਕ ਬੇਸਿਕਲੀ ਡਰਾਈਵਿੰਗ ਕਹਿ ਲਓ, ਸਾਈਕਲਿੰਗ, ਮਤਲਬ ਮੇਰੇ ਸ਼ੌਕ ਜਿਹੜੇ ਆਊਟਡੋਰ ਹੈ ਥੋੜ੍ਹੇ, ਕਿ ਮਤਲਬ ਸਾਈਕਲਿੰਗ ਤੇ ਲੌਂਗ, ਜਿੱਦਾਂ ਮੈਂ ਮਨਾਲੀ ਟੂ ਲੇਹ ਸਾਈਕਲਿੰਗ ਕੀਤਾ ਸੀ ਪਿਛਲੇ ਸਾਲ। ਜੀ ਜੀ। ਐਰਕੀ ਮੇਰਾ ਹਲੇ ਪਲਾਨ ਸੀਗਾ ਬਟ ਉਹ ਥੋੜਾ ਜਿਹਾ ਉੱਥੇ ਮੌਸਮ ਖਰਾਬ ਹੋ ਗਿਆ, ਆਪਣਾ ਕਾਰਗਿਲ ਝੰਸਕਾਰ ਮਨਾਲੀ ਅਗੇਨ, ਤੇ ਸ਼ਾਇਦ ਦੇਖੋ ਅਗਲੇ ਮਹੀਨੇ, ਬਟ ਹੁਣ ਮੌਸਮ ਖਰਾਬ ਕਰਨ ਨਾਲ ਉਹ ਥੋੜਾ ਕੈਂਸਲ ਹੋ ਗਿਆ।
ਜੀ ਜੀ ਐਂਡ ਬਾਕੀ ਕਿੰਨੇ ਦਿਨਾਂ ਦੇ ਵਿੱਚ ਤੁਸੀਂ ਕੀਤਾ ਉਹ ਸਾਈਕਲਿੰਗ ਤੇ ਮਨਾਲੀ ਉਹ ਅਸੀਂ 8 ਦਿਨ ਚ ਕੀਤਾ ਸੀਗਾ। 8 ਦਿਨ ਦੇ ਵਿੱਚ ਹਾਂਜੀ ਸਾਈਕਲਿੰਗ? ਹਾਂਜੀ ਓਕੇ, ਤਾਂ ਮਤਲਬ ਬਹੁਤ ਵੱਡੀ ਗੱਲ ਮੈਂ ਕਹਾਂਗੀ, ਕਿਉਂਕਿ ਮੈਨੂੰ ਲੱਗਦਾ ਕਾਰ ਤੇ ਵੀ ਲੋਕੀ ਇੰਨਾ ਟਾਈਮ ਲਗਾ ਦਿੰਦੇ ਨੇ। ਹਾਂਜੀ ਜੀ, ਹਥਿਆਰਾਂ ਦੀ ਮੈਂ ਥੋੜੀ ਜਿਹੀ ਗੱਲ ਕਰਨਾ ਚਾਹਾਂਗੀ ਕਿ ਇੱਕ ਫੌਜੀ ਨੂੰ ਤਾਂ ਹਥਿਆਰਾਂ ਦੀ ਬੜੀ ਨੌਲੇਜ ਹੁੰਦੀ ਹੈ, ਤੇ ਫਿਰ ਹਥਿਆਰ ਤੁਹਾਡੇ ਇੱਕ ਲਾਈਫ ਦਾ ਪਾਰਟ ਬਣ ਜਾਂਦੇ ਨੇ। ਹਾਂਜੀ ਹੁਣ ਜਿਵੇਂ ਤੁਸੀਂ ਰਿਟਾਇਰ ਹੋ ਚੁੱਕੇ ਹੋ, ਤਾਂ ਹਥਿਆਰਾਂ ਦੇ ਨਾਲ ਜਿਹੜਾ ਉਹ ਪ੍ਰੇਮ ਹੈ ਉਹ ਹੁਣ ਵੀ ਹੈਗਾ, ਹੁਣ ਵੀ ਤੁਸੀਂ ਹਥਿਆਰ ਰੱਖਦੇ ਹੋ? ਨਹੀਂ, ਮੈਂ ਤਾਂ ਨਹੀਂ ਰੱਖਦੀ, Officially ਨਹੀਂ ਆਫੀਸ਼ੀਅਲੀ ਨਹੀਂ ਰੱਖਦੀ, ਮੈਂ ਨਹੀਂ ਰੱਖਦੀ, ਬਟ ਹਾਂ ਹਥਿਆਰਾਂ ਨੂੰ ਆਰਮਸ ਕਹਿੰਦੇ ਆ, ਆਰਮਸ ਮੀਨਸ ਬਾਜੂ। ਸੋ ਦੇ ਆਰ ਪਾਰਟ ਐਂਡ ਪਾਰਸਲ ਆਫ ਆਰ ਲਾਈਫ। ਤੇ ਜਦੋਂ ਅਸੀਂ ਟ੍ਰੇਨਿੰਗ, ਹਾਂਜੀ ਬਿਲਕੁਲ ਸਾਡੀਆਂ ਬਾਹਾਂ ਨੇ ਉਹ। ਤੇ ਜਦੋਂ ਅਸੀਂ ਟ੍ਰੇਨਿੰਗ ਦੇ ਵਿੱਚ ਹੁੰਦੇ ਸੀਗੇ, ਜਿੱਦਾਂ ਜਨਰਲੀ ਸਾਡੇ ਨੂੰ ਇੱਕ ਹਥਿਆਰ ਸਾਨੂੰ ਅਲੋਟ ਹੁੰਦਾ ਹੈ ਕਿ ਇਹ ਮੇਰਾ ਹੈ, ਤੁਸੀਂ ਉਹਦਾ ਧਿਆਨ ਰੱਖਣਾ, ਉਹਦੀ ਸਾਫ਼ ਸਫਾਈ ਕਰਨਾ, ਉਹਦੀ ਸਾਰਾ ਕੁਝ ਉਹ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਉਹ ਹਰ ਟਾਈਮ ਤੁਹਾਡੇ ਨਾਲ ਹੁੰਦਾ ਹੈ? ਹਰ ਟਾਈਮ, ਮਤਲਬ ਜਦੋਂ ਅਸੀਂ ਜਾਂਦੇ ਆ ਉਸ ਹਥਿਆਰ ਦੀ, ਜਦੋਂ ਹੁਣ ਅਸੀਂ ਪੀਟੀ ਦੇ ਵਿੱਚ ਜਾਂਦੇ, ਉੱਥੇ ਸਾਨੂੰ ਲੋੜ ਨਹੀਂ ਹੈ ਉਹਦੀ। ਜਾਂ ਜਦੋਂ ਸਾਡੀ ਆਊਟਡੋਰਸ ਹੋ ਰਹੀਆਂ ਵਾ, ਜਿੱਥੇ ਸਾਨੂੰ ਉਹ ਕੋਈ ਇਹੋ ਜਿਹੀ ਟ੍ਰੇਨਿੰਗ ਦੇ ਰਹੇ ਜਿੱਥੇ ਸਾਨੂੰ ਹਥਿਆਰ ਦੀ ਲੋੜ ਹੈ, ਉਹ ਉਦੋਂ ਸਾਡੇ ਨਾਲ ਹੁੰਦਾ ਹੈ। ਠੀਕ ਹੈ। ਉਹਦਾ ਗਵਾਚਣਾ, ਉਹਦਾ ਕੁਝ ਵੀ, ਉਹਦੇ ਕੋਈ ਵੀ ਡੈਮੇਜ ਨਹੀਂ ਹੋਣਾ ਚਾਹੀਦਾ। ਸੋ ਉਹਨੂੰ ਤੁਸੀਂ ਆਪਣੇ ਤੋਂ ਵੱਧ ਉਹਦਾ ਧਿਆਨ ਰੱਖਦੇ ਜੇ, ਸਾਫ਼ ਸਫਾਈ ਸਭ ਕੁਝ ਉਹ ਤੁਹਾਡੀ ਜ਼ਿੰਮੇਵਾਰੀ ਹੈ। ਜੀ ਜੀ। ਸੋ ਸਾਨੂੰ ਜਿੱਦਾਂ ਇਨਸਾਫ ਮਿਲਦੀ ਸੀ, ਇੱਕ ਸਾਡੇ ਗਰੁੱਪ ਦੇ ਵਿੱਚ ਹੁੰਦਾ ਕਿ ਇੰਨੇ ਬੰਦਿਆਂ ਪਿੱਛੇ ਇੱਕ LMG ਮਿਲੇਗੀ, ਤੇ LMG ਦਾ weight ਥੋੜਾ ਜ਼ਿਆਦਾ ਹੁੰਦਾ ਹੈ। ਅੱਛਾ। ਤਾਂ ਉਹਨਾਂ ਦਿਨਾਂ ਤੇ ਮੈਨੂੰ ਇੱਕ ਯਾਦ ਹੈ ਕਿ LMG ਦਾ weight ਆਲਮੋਸਟ ਸਿਮਰਨ ਦੇ weight ਦੇ ਬਰਾਬਰ ਸੀਗਾ। ਕਿੰਨਾ? ਮੇਰੇ ਖਿਆਲ 5, 5.5 ਜਾਂ 6 ਕਿਲੋ ਦੇ ਆਸ-ਪਾਸ। ਸੋ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਮੈਂ ਆਪਣੇ ਹਥਿਆਰ ਦੇ ਨਾਲ ਇੱਕ LMG ਜ਼ਰੂਰ ਚੁੱਕਾਂਗੀ। ਤੇ ਮੈਨੂੰ ਇਹ ਲੱਗੇ ਆਪਣਾ ਤੇ ਚੁੱਕਣਾ ਹੀ ਚੁੱਕਣਾ ਹਥਿਆਰ। ਅੱਛਾ ਅੱਛਾ। ਇੰਨਾ ਕੁ ਭਾਰ ਤੁਸੀਂ ਆਰਾਮ ਨਾਲ? ਹਾਂ, ਜਸਟ ਮੈਨੂੰ ਲੱਗਦਾ ਸੀ ਕਿ ਸਿਮਰਨ ਨੂੰ ਚੁੱਕਿਆ ਹੋਇਆ ਇੱਕ ਉਹ ਫੀਲਿੰਗ। ਬਿਲਕੁਲ ਆਮ ਤੌਰ ਤੇ ਹੁੰਦਾ ਹੈ ਆਪਣੀ ਸੁਸਾਇਟੀ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ ਆਪਾਂ ਰਹਿੰਦੇ ਹਾਂ, ਕਿ ਇੰਨੀ ਛੋਟੀ ਉਮਰ ਦੇ ਵਿੱਚ ਘਰ ਵਾਲੇ ਦੀ ਡੈਥ ਹੋ ਜਾਵੇ ਤਾਂ ਕਹਿੰਦੇ ਨੇ ਕਿ ਦੂਸਰਾ ਵਿਆਹ ਕਰ ਲਓ, ਬੱਚਾ ਛੋਟਾ ਆ, ਹਲੇ ਉਮਰ ਛੋਟੀ ਹੈ, ਤੁਹਾਡੀ 28 ਸਾਲ ਦੀ ਸੀ। ਉਹ ਚੀਜ਼ ਤੁਹਾਨੂੰ ਤਾਂ ਨਹੀਂ ਫੇਸ ਕਰਨੀ ਪਈ? ਨਹੀਂ, ਮੈਨੂੰ ਲੱਕੀਲੀ ਨਾ ਤਾਂ ਮੇਰੀ ਮੰਮੀ ਨੇ, ਮੈਂ ਹਰ ਇੱਕ ਨੂੰ ਇਹੀ ਕਹਿੰਦੀ ਆ ਕਿ ਉਹਨਾਂ ਦਿਨਾਂ ਦੀ ਮੇਰੀ ਮਾਂ ਜਿਹਦੀ ਉਹਦੀ ਸੋਚ ਸੀਗੀ, ਜਿਹੜੀ ਬਹੁਤ ਪੜ੍ਹੀ ਲਿਖੀ ਵੀ ਨਹੀਂ ਸੀਗੀ, ਪਰ ਉਹਨਾਂ ਦੀ ਸੋਚ ਸ਼ਾਇਦ ਸਾਡੇ ਤੋਂ ਵੀ ਬਹੁਤ ਅੱਗੇ ਸੀਗੀ। ਜੀ ਜੀ। ਮੈਨੂੰ ਕਦੀ ਇਹੋ ਜਿਹਾ ਉਹਨਾਂ ਨੇ ਕੋਈ ਫੋਰਸ ਨਹੀਂ ਕੀਤਾ, ਮੇਰੀ ਫੈਮਿਲੀ ਨੇ ਮੈਨੂੰ ਕਦੀ ਫੋਰਸ ਨਹੀਂ ਕੀਤਾ, ਮੇਰੇ ਫਰੈਂਡਸ ਜਿੰਨੇ ਵੀ ਮੇਰੇ ਹੈਗੇ ਨੇ, ਮੇਰੇ ਬੈਚਮੇਟਸ ਹੋ ਗਏ ਜਾਂ ਮੇਰੀਆਂ ਫੈਮਿਲੀ ਮੈਂਬਰਸ ਹੋ ਗਏ, ਕਿਸੇ ਨੇ ਮੈਨੂੰ ਇਸ ਚੀਜ਼ ਲਈ ਨਾ ਤਾਂ ਕਿਹਾ ਨਾ ਫੋਰਸ ਕੀਤਾ। ਉਹਨਾਂ ਨੇ ਕਿਹਾ ਜੋ ਤੇਰੀ ਮਰਜ਼ੀ, ਤੈਨੂੰ ਲੱਗਦਾ ਕਰ, ਨਹੀਂ ਲੱਗਦਾ ਨਾ ਕਰ। ਜੀ, ਤੁਸੀਂ ਡਿਸਾਈਡ ਕਰ ਚੁੱਕੇ ਸੀ ਕਿ ਮੈਂ ਬੱਚੇ ਨਾਲ ਰਹਿਣਾ? ਹਾਂਜੀ ਹਾਂਜੀ ਜੀ। ਸੋ ਜਿਹੜੀਆਂ ਗੱਲਾਂ ਹੁੰਦੀਆਂ ਨੇ, ਤੁਹਾਡੇ ਵਿਆਹ ਨੂੰ ਕਈ ਸਾਲ ਹੋ ਗਏ ਸੀਗੇ, ਤੇ ਜਿਹੜੀਆਂ ਇੱਕ ਪਤਨੀ ਆਪਣੇ ਪਤੀ ਨਾਲ ਕਰ ਸਕਦੀ ਹੈ ਤੇ ਪਤੀ ਆਪਣੀ ਪਤਨੀ ਨਾਲ ਹੀ ਕਰ ਸਕਦਾ, ਉਹਨਾਂ ਦੇ ਜਾਣ ਤੋਂ ਬਾਅਦ ਉਹ ਜਿਹੜੀ ਘਾਟ ਹੈ ਉਹਨੂੰ ਤੁਸੀਂ ਕਿਵੇਂ ਪੂਰਾ ਕੀਤਾ? ਮੈਂ ਆਪਣੇ ਆਪ ਨੂੰ ਬਹੁਤ ਬਿਜ਼ੀ ਕੀਤਾ। ਇੱਕ ਤਾਂ ਸਿਮਰਨ ਨੂੰ ਰੇਜ਼ ਕਰਨ ਵਾਸਤੇ, ਇੱਕ ਮੈਂ ਆਰਮੀ 'ਚ ਸੀਗੀ, ਤੇ ਉਸ ਜਿਹੜਾ ਮੇਰਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਟਾਈਮ ਤੁਹਾਨੂੰ ਮਿਲਦਾ ਨਹੀਂ ਹੈ ਜ਼ਿਆਦਾ ਇਹਨਾਂ ਚੀਜ਼ਾਂ ਲਈ, ਬਿਜ਼ੀ ਬਹੁਤ ਰਹਿੰਦੇ। ਔਰ ਜਿਹੜਾ ਬਾਕੀ ਟਾਈਮ ਬਚਦਾ ਸੀ ਉਹ ਸਿਮਰਨ ਦੀ ਐਕਟੀਵਿਟੀਜ਼, ਉਹਦੀ ਪੜ੍ਹਾਈ ਜਾਂ ਉਹਦੀਆਂ ਐਕਸਟਰਾ ਕੈਰੀਕੂਲਰ ਐਕਟੀਵਿਟੀਜ਼ ਦੇ ਵਿੱਚ। ਸੋ ਜਿਸ ਤਰ੍ਹਾਂ ਸਾਡੀ ਟ੍ਰੇਨਿੰਗ ਗਈ ਸੀ, ਰਾਤ ਨੂੰ ਸੌਣ ਲੱਗੇ ਮਤਲਬ ਬੈੱਡ ਤੇ ਡਿੱਗਦਿਆਂ ਹੀ ਤੁਹਾਨੂੰ ਬਿਲਕੁਲ ਨੀਂਦ ਆ ਜਾਂਦੀ ਹੈ। ਸੋ ਮੈਂ ਆਪਣੀ ਲਾਈਫ ਨੂੰ ਕਾਫੀ ਬਿਜ਼ੀ ਰੱਖਿਆ, ਔਰ ਮੈਂ ਅੱਜ ਵੀ ਰੱਖਦੀ ਹਾਂ ਜੀ। ਇੱਕ ਆਪਣੀ ਫੈਮਿਲੀ ਹੁੰਦੀ ਹੈ, ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਨੇ, ਇੱਕ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਬਣ ਜਾਂਦੇ ਨੇ। ਆਰਮੀ ਦੇ ਵਿੱਚ ਤੁਹਾਨੂੰ ਕੋਈ ਇਹੋ ਜਿਹਾ ਰਿਸ਼ਤਾ ਮਿਲਿਆ ਜਿਹੜਾ ਤੁਹਾਡਾ ਫੈਮਿਲੀ ਮੈਂਬਰ ਵਰਗਾ ਹੋਵੇ? ਬਹੁਤ। ਇੱਕ ਤਾਂ ਮੇਰੀ ਜਿੰਨੀਆਂ ਵੀ, ਮਤਲਬ ਮੈਂ ਕਹੂੰਗੀ ਮੇਰੀਆਂ ਬੈਚਮੇਟਸ ਜਿਨ੍ਹਾਂ ਨਾਲ ਮੈਂ ਟ੍ਰੇਨਿੰਗ ਕੀਤੀ ਹੈ, ਉਹ ਸਾਰੀਆਂ, ਅਸੀਂ ਸਾਰੇ ਇਨ ਟੱਚ ਆ ਹੁਣ ਤੱਕ, ਲਾਈਕ ਇਨ ਟੱਚ ਆ। ਐਂਡ ਮੇਰੀ ਬੜੀ ਹੈ ਰਮਨੀਕ, ਇੱਕ ਪ੍ਰਿਯੰਕਾ ਹੈ, ਪ੍ਰਿਯੰਕਾ ਨਾਲ ਮੈਂ ਥਰੂ ਆਊਟ ਇਨ ਟੱਚ ਰਹੀ ਹਾਂ ਪਿਛਲੇ 24 ਸਾਲ ਤੋਂ। ਬਾਕੀਆਂ ਨਾਲ ਕਦੀ ਮਿਲੇ ਕਦੀ ਨਹੀਂ ਮਿਲੇ, ਬਟ ਫੋਨ ਤੇ ਇਨ ਟੱਚ ਆ, ਮੈਸੇजेस ਦੇ ਵਿੱਚ ਇਨ ਟੱਚ ਆ। ਬਟ ਪਰਸਨਲੀ ਜਿਹੜਾ ਸਭ ਤੋਂ ਜ਼ਿਆਦਾ ਮਿਲੀ ਉਹ ਪ੍ਰਿਯੰਕਾ। ਫਿਰ ਹੋਰ ਵੀ ਜਿੱਥੇ ਜਿੱਥੇ ਤੁਸੀਂ ਪੋਸਟਿੰਗ ਰਹਿੰਦੇ ਜੇ, ਤੁਹਾਡੇ ਕੁਝ ਇਹੋ ਜਿਹੇ ਰਿਸ਼ਤੇ ਬਣਦੇ ਨੇ ਜਿਹੜੇ ਮੇਰੇ ਨਾਲ ਲਾਈਫ ਲੌਂਗ ਚੱਲ ਰਹੇ ਨੇ। ਐਂਡ ਹਾਂਜੀ, ਤੇ ਉਹ ਟਾਈਮ ਹੈ ਜਿਹੜਾ ਉਹ ਤੁਹਾਡਾ ਕਿਵੇਂ ਨਿਕਲਿਆ? ਇੱਕ ਬੰਦਾ ਕਮਜ਼ੋਰ ਪੈ ਜਾਂਦਾ ਹੈ ਆਮ ਤੌਰ ਤੇ, ਇੱਕ ਛੋਟਾ ਬੱਚਾ ਹੋਵੇ, ਘਰ ਵਾਲਾ ਨਾ ਰਿਹਾ ਹੋਵੇ, ਤੇ ਮੈਂਟਲੀ ਮੈਨੂੰ ਲੱਗਦਾ ਕਿ ਬਹੁਤ ਕਮਜ਼ੋਰ ਤੁਸੀਂ ਹੋ ਜਾਂਦੇ ਹੋ। ਉਦੋਂ ਤੁਸੀਂ ਕਿਵੇਂ ਸਟਰੋਂਗ ਕੀਤਾ? ਕਿਉਂਕਿ ਦੁਨੀਆ ਦਾ ਮੈਨੂੰ ਲੱਗਦਾ ਕਿ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਹੁੰਦਾ ਜਿਹੜਾ ਹਰ ਟਾਈਮ ਸਾਡੇ ਮਨ ਨੂੰ ਸਮਝੇ, ਹਰ ਟਾਈਮ ਸਾਡੇ ਮਨ ਦੀ ਸਿਚੁਏਸ਼ਨ ਨੂੰ ਸਮਝੇ। ਕਿਤੇ ਨਾ ਕਿਤੇ ਸਾਨੂੰ ਖੁਦ ਹੀ ਆਪਣੇ ਆਪ ਨਾਲ ਆਪਣੇ ਆਪ ਦਾ ਸਾਥ ਦੇਣਾ ਪੈਂਦਾ ਹੈ। ਸੋ ਜਦੋਂ ਮੇਰੇ ਹਸਬੈਂਡ ਦੀ ਮਤਲਬ ਸ਼ਹਾਦਤ ਹੋਈ, ਉਸ ਤੋਂ ਬਾਅਦ ਮੈਂ ਹਮੇਸ਼ਾ ਸੋਚਦੀ ਸੀ ਮੇਰੇ ਨਾਲ ਕਿਉਂ। ਤੇ ਉਸ ਟਾਈਮ ਤੇ ਮੈਂ ਚੰਡੀਗੜ੍ਹ ਰਹਿ ਰਹੀ ਸੀ, ਆਪਣੇ ਇਨ-ਲॉज ਦੇ ਕੋਲ ਰਹਿ ਰਹੀ ਸੀ। ਤੇ ਫਿਰ ਮੈਂ ਸੋਚਿਆ ਕਿ ਨਿਊਜ਼ਪੇਪਰ 'ਚ ਆਉਂਦਾ ਰਹਿੰਦਾ ਸੀ ਕੁਛ ਨਾ ਕੁਛ ਕਿ ਅੱਜ ਇਹ ਸ਼ਹੀਦ ਹੋ ਗਏ, ਅੱਜ ਉਹ ਸ਼ਹੀਦ ਹੋ ਗਏ। ਤੇ ਫਿਰ ਮੈਂ ਆਪਣਾ ਸਕੂਟਰ ਚੱਕਣਾ ਐਂਡ ਮੈਂ ਕ੍ਰੀਮੇਸ਼ਨ ਗਰਾਊਂਡ PGI ਦੇ ਲਾਗੇ ਹੈ, ਉੱਥੇ ਪਹੁੰਚ ਜਾਣਾ।
ਜਿਨ੍ਹਾਂ ਨੂੰ ਮੈਂ ਨਹੀਂ ਵੀ ਸੀ ਜਾਣਦੀ ਉਹਨਾਂ ਨੂੰ ਵੀ ਜਾ ਕੇ ਮਿਲਣਾ। ਉਹ ਸਿਰਫ ਆਪਣੇ ਆਪ ਨੂੰ ਇੱਕ ਤਸੱਲੀ ਦੇਣਾ ਕਹਿ ਲਓ ਕਿ ਤੁਸੀਂ ਇਕੱਲੇ ਨਹੀਂ ਤੇ ਦੁਨੀਆ 'ਚ ਹੋਰ ਵੀ ਲੋਕ ਨੇ, ਹੋਰ ਵੀ ਦੁੱਖ ਨੇ। ਇਸੇ ਦੌਰਾਨ ਫਿਰ ਮੈਂ ਸਬੀਨਾ ਨੂੰ ਵੀ ਮਿਲੀ ਸੀ ਕ੍ਰੀਮੇਸ਼ਨ ਗਰਾਊਂਡ ਦੇ ਉੱਪਰ ਹੀ, ਜਦੋਂ ਉਹਨਾਂ ਦੇ ਹਸਬੈਂਡ ਦਾ ਕ੍ਰੀਮੇਸ਼ਨ ਹੋ ਰਿਹਾ ਸੀਗਾ ਚੰਡੀਗੜ੍ਹ ਹੀ। ਉਹ ਵੀ ਉਹਨਾਂ ਦੇ ਵੀ ਲੌਸ ਚੰਡੀਗੜ੍ਹ ਨੂੰ ਬਿਲੋਂਗ ਕਰਦੇ ਨੇ ਜੀ ਜੀ। ਸੋ ਇਸੇ ਦੌਰਾਨ ਮੈਂ ਉਹਨਾਂ ਨੂੰ ਵੀ ਮਿਲੀ ਉੱਥੇ। ਅੱਛਾ। ਫਿਰ ਸਾਡਾ ਮਤਲਬ ਆਣਾ ਜਾਣਾ ਹੋ ਗਿਆ ਇੱਕ ਦੂਜੇ ਨਾਲ। ਫਿਰ ਉਹਨਾਂ ਨੇ ਵੀ ਕਿਹਾ ਕਿ ਮੈਂ ਵੀ ਫੌਜ ਜੁਆਇਨ ਕਰਨੀ ਹੈ, ਮੈਂ ਕਿਹਾ ਮੈਂ ਵੀ। ਤੇ ਫਿਰ ਅਸੀਂ ਦੋਨਾਂ ਨੇ ਆਪਣੀ ਸਟਰਗਲ ਉੱਥੋਂ ਸ਼ੁਰੂ ਕੀਤੀ। ਇੱਕ ਦੁੱਖ ਜਿਹੜਾ ਤੁਹਾਡਾ ਸਾਂਝਾ ਸੀਗਾ, ਆਮ ਤੌਰ ਤੇ ਹੁੰਦਾ ਇੱਕ ਇਨਸਾਨ ਦੀ ਸਾਈਕੀ ਹੁੰਦੀ ਹੈ ਕਿ ਸੇਮ ਦੁੱਖ ਹੋਵੇ ਤਾਂ ਅਸੀਂ ਉਹਨੂੰ ਜਾ ਕੇ ਮਿਲਦੇ ਹਾਂ ਉਸ ਇਨਸਾਨ। ਹਾਂਜੀ। ਸੋ ਜਦੋਂ ਮੈਂ ਚੰਡੀਗੜ੍ਹ ਸ਼ਿਫਟ ਕੀਤਾ, ਉਹਨਾਂ ਨੇ ਵੀ ਉੱਥੇ ਹੀ ਸ਼ਿਫਟ ਕੀਤਾ, ਘਰ ਦੇ ਨਾਲ ਹੀ ਉਹਨਾਂ ਦਾ ਘਰ ਸੀਗਾ। ਠੀਕ ਹੈ। ਤੇ ਜਿੱਥੇ ਮੈਂ ਟੀਚਿੰਗ ਕਰ ਰਹੀ ਸੀ, ਮਤਲਬ ਆਰਮੀ ਨੇ ਸਾਨੂੰ ਦੋਨਾਂ ਨੂੰ ਐਟ ਪਾਰ, ਉਹਨਾਂ ਨੇ ਵੀ ਟੀਚਿੰਗ ਕੀਤੀ। ਫਿਰ ਅਸੀਂ ਦੋਨਾਂ ਨੇ ਮਿਲਣਾ, ਕਦੀ ਡਿਫੈਂਸ ਮਿਨਿਸਟਰ ਨੂੰ, ਕਦੀ ਕਿਸੇ ਨੂੰ। ਦੈਨ ਫਾਈਨਲੀ ਮਿਸਿਸ ਰੰਜਨਾ ਮਲਿਕ ਨੂੰ ਮਿਲੇ ਅਸੀਂ ਦੋਨੋਂ ਜਾਣੇ ਜਾ ਕੇ। ਸੋ ਉੱਥੋਂ ਫਿਰ ਸਾਡੀ ਜਰਨੀ ਆਰਮੀ ਦੀ ਸ਼ੁਰੂ ਹੋਈ ਦੋਨਾਂ ਦੀ। ਜੀ। ਸੋ ਲਾਈਫ ਦੇ ਵਿੱਚ ਇਹ ਤਾਂ ਨਹੀਂ ਲੱਗਦਾ ਵੀ ਕੁਝ ਰਹਿ ਗਿਆ, ਕੁਝ ਕਮੀ ਰਹਿ ਗਈ, ਕੁਝ ਘਾਟ ਰਹਿ ਗਈ ਲਾਈਫ ਦੇ ਵਿੱਚ, ਇਹ ਮੈਂ ਕਰਨਾ ਸੀ, ਹਲੇ ਪੂਰਾ ਕਰਨਾ ਹੈ? ਨਹੀਂ, ਐਸਾ ਕੁਝ ਲੱਗ ਨਹੀਂ ਰਿਹਾ ਮੈਨੂੰ, ਬਿਕੋਜ਼ ਸੈਟਿਸਫਾਈਡ ਆ ਮੈਂ। ਬਿਕੋਜ਼ ਜਿੱਥੋਂ ਤੱਕ ਮੇਰੀ ਹਿੰਮਤ ਸੀ ਮੈਂ ਕੀਤਾ। ਬਾਕੀ ਉਹ ਤਾਂ ਚੱਲਦਾ ਹੀ ਰਹਿੰਦਾ ਕਿ ਇਹ ਹੁੰਦਾ ਤੇ ਹੋਰ ਹੋ ਜਾਂਦਾ, ਬਟ ਨਹੀਂ, ਮੈਂ ਸੈਟਿਸਫਾਈਡ ਆ। ਆਈ ਐਮ ਵੈਰੀ ਸੈਟਿਸਫਾਈਡ। ਤੇ ਜੇ ਦੁਬਾਰਾ ਆਰਮੀ 'ਚ ਜਾਣ ਦਾ ਤੁਹਾਨੂੰ ਮੌਕਾ ਮਿਲੇ ਫਿਰ ਜਾਓਗੇ? ਬਿਲਕੁਲ ਬਿਲਕੁਲ। ਸੋ ਤੁਸੀਂ ਐਜ਼ ਅ ਫੀਮੇਲ ਇੰਡੀਅਨ ਆਰਮੀ ਦੇ ਵਿੱਚ ਆਪਣਾ ਕੰਮ ਕੀਤਾ ਹੈ, ਸੇਵਾਵਾਂ ਦਿੱਤੀਆਂ ਨੇ। ਤੁਹਾਨੂੰ ਲੱਗਦਾ ਹੈ, ਤੁਹਾਨੂੰ ਮਹਿਸੂਸ ਹੋਇਆ ਹੁਣ ਤੱਕ ਕਿ ਬਹੁਤ ਕੁਝ ਹਲੇ ਵੀ ਹੈ ਇੰਡੀਅਨ ਆਰਮੀ ਦੇ ਵਿੱਚ ਜੋ ਕਰਨ ਵਾਲਾ, ਜਿਵੇਂ ਤੁਹਾਡੇ ਕਰਕੇ ਵੀਰ ਨਾਰੀਆਂ ਨੂੰ ਐਂਟਰੀ ਮਿਲੀ ਹੈ ਫੌਜ ਦੇ ਵਿੱਚ, ਹੋਰ ਵੀ ਕੁਝ ਹੈਗਾ ਕਰਨ ਵਾਲਾ ਜਿਹੜਾ ਹਜੇ ਅਧੂਰਾ ਹੈ, ਮਤਲਬ ਹੋਣਾ ਚਾਹੀਦਾ ਹੈ? ਨਹੀਂ, ਦੇਖੋ ਫੀਮੇਲਸ ਲਈ ਨਹੀਂ, ਫੀਮੇਲਸ ਲਈ ਮੈਂ ਕਹਾਂਗੀ, ਜਿਸ ਤਰ੍ਹਾਂ ਕਹਿੰਦੇ ਆ ਕਿ ਚੇਂਜਸ ਤਾਂ ਹੁੰਦੇ ਰਹਿੰਦੇ ਨੇ ਹੌਲੀ ਹੌਲੀ, ਜਿੱਦਾਂ ਕੋਈ ਕੱਲ ਨੂੰ ਕੋਈ ਹੋਰ ਹੋਏਗਾ। ਹੁਣ ਕੇਸ ਟੂ ਕੇਸ ਬੇਸਿਸ ਆਰਮੀ, ਜਿੱਦਾਂ ਹੁਣ ਤੁਸੀਂ ਪਿੱਛੇ ਜੇ ਖਬਰ ਸੁਣੀ ਹੋਏਗੀ ਕਿ ਕਰਨਲ ਮਹਾਦਿਕ ਸੀ, ਉਹਨਾਂ ਦੀ ਵਾਈਫ 36 ਸਾਲ ਦੀ ਸੀਗੀ, ਉਹਨੂੰ ਵੀ ਆਰਮੀ ਨੇ ਮੌਕਾ ਦਿੱਤਾ ਹੈ। ਜੇ ਕੋਈ ਚਾਹੁੰਦਾ ਹੈ ਤਾਂ ਹਾਂ, ਜੇ ਕੋਈ ਚਾਹੁੰਦਾ ਹੈ ਆਪਣਾ ਕਰਨਾ, ਤੇ ਆਰਮੀ ਇਹ ਨਹੀਂ ਹੈ ਕਿ 30 ਸਾਲ ਤੋਂ ਬਾਅਦ ਉਹ ਨਹੀਂ ਕਰਾਂਗੇ ਅਸੀਂ। ਸੋ ਉਸ ਤੋਂ ਬਾਅਦ ਬਹੁਤ ਸਾਰੇ ਕੇਸਿਸ ਆਏ ਨੇ। ਪਹਿਲਾਂ ਆਫਸਰਸ ਦੀਆਂ ਵਾਈਫਸ ਆਈਆਂ ਸੀ, ਹੁਣ ਜਵਾਨਾਂ ਦੀਆਂ ਵਾਈਫਸ ਆ ਰਹੀਆਂ ਨੇ ਅਫਸਰ ਬਣ ਕੇ। ਜੀ ਜੀ। ਮਤਲਬ ਇਹ ਸਭ ਤੋਂ ਵੱਡਾ ਚੇਂਜ ਹੈ। ਇੱਕ ਜਵਾਨ ਦੀ ਵਾਈਫ ਜਿਹੜੀ ਪੜ੍ਹੀ ਲਿਖੀ ਹੈ, ਕੇਪੇਬਲ ਹੈ, ਔਰ ਉਹਨੇ ਆਪਣੀ ਖਮਤਾ ਨਾਲ ਉਹਨੇ ਆਪਣਾ SSB ਦਿੱਤਾ, ਟ੍ਰੇਨਿੰਗ ਕੀਤੀ ਹੈ, ਐਂਡ ਉਹ ਆਫਸਰ ਬਣ ਗਿਆ। ਦੇਰ ਬਹੁਤ ਸਾਰੇ ਕੇਸਿਸ ਨੇ, 8-9 ਕੇਸਿਸ ਨੇ ਜਿੱਥੇ ਜਵਾਨਾਂ ਦੀਆਂ ਵਾਈਫਸ ਆਈਆਂ। ਸੋ ਆਰਮੀ ਜਿੱਥੇ ਜਿਸ ਤਰ੍ਹਾਂ ਲੋੜ ਪੈਂਦੀ ਹੈ, ਜਿਹਨੂੰ ਪੈਂਦੀ ਹੈ, ਜਾਂ ਜਿਸ ਤਰ੍ਹਾਂ ਜਿਹਨੂੰ ਲੱਗਦਾ ਕਿ ਮੇਰੇ ਲਈ ਇਹ ਕਰੋ, ਆਰਮੀ ਉੱਥੇ ਉਹ ਅਪਡੇਸ਼ਨਸ ਹੁੰਦੀਆਂ ਰਹਿੰਦੀਆਂ ਨੇ ਟਾਈਮ ਟੂ ਟਾਈਮ। ਸੋ ਅਖੀਰ ਤੇ ਮੈਂ ਪੁੱਛਣਾ ਚਾਹਾਂਗੀ, ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੈਗੇ ਹੋ ਸਾਡੇ ਦਰਸ਼ਕਾਂ ਨੂੰ? ਜ਼ਰੂਰ 2 ਮਿੰਟ ਦੇ ਵਿੱਚ। ਮੈਂ ਤਾਂ ਇਹੀ ਕਹਾਂਗੀ ਕਿ ਹਰ ਇੱਕ ਦੇ ਅੰਦਰ ਇੱਕ ਸਟਰੈਂਥ ਆ, ਤੁਸੀਂ ਆਪਣੀ ਸਟਰੈਂਥ ਲੱਭੋ। ਜਿਸ ਤਰ੍ਹਾਂ ਮੇਰੀ ਸਟਰੈਂਥ ਮੇਰੇ ਹਸਬੈਂਡ ਸੀਗੇ, ਬਹੁਤ ਘੱਟ ਸਮਾਂ ਉਹਨਾਂ ਨਾਲ ਬਿਤਾਇਆ ਹੈ, ਬਟ ਇੱਕ ਬਹੁਤ ਵੱਡਾ ਇੰਪੈਕਟ ਉਹਨਾਂ ਨੇ ਮੇਰੀ ਲਾਈਫ 'ਚ ਛੱਡਿਆ ਹੈ। ਆਪਣੀ ਤਾਕਤ ਆਪਣੇ ਆਪ ਲੱਭੋ, ਗਲਤ ਰਸਤਿਆਂ ਵੱਲ ਨਾ ਜਾਓ, ਐਂਡ ਹਰ ਇੱਕ ਦੇ ਅੰਦਰ ਇੱਕ ਤਾਕਤ ਛੁਪੀ ਹੋਈ ਹੈ, ਔਰ ਉਹਦੇ ਉੱਤੇ ਵਰਕ ਕਰੋ, ਉਹਦੇ ਉੱਤੇ ਕੰਮ ਕਰੋ। ਉਹਨੂੰ ਕਿਸ ਤਰ੍ਹਾਂ ਤੁਸੀਂ ਨਿਖਾਰ ਸਕਦੇ ਜੇ, ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਨੂੰ ਆਪਣੀ ਤਾਕਤ ਬਣਾ ਕੇ ਅੱਗੇ ਆ ਸਕਦੇ ਜੇ। ਆਪਣੀ ਤਾਕਤ ਖੁਦ ਲੱਭੋ। ਜੀ। ਹੁਣ ਤੁਹਾਡੇ ਸਵਾਲ ਤਾਂ ਆਖਰੀ ਸੀਗਾ, ਪਰ ਇੱਕ ਹੋਰ ਸਵਾਲ ਮੇਰੇ ਮਨ ਦੇ ਵਿੱਚ ਆ ਗਿਆ। ਤੁਸੀਂ ਕਿਹਾ ਕਿ ਮੇਰੀ ਤਾਕਤ ਮੇਰੇ ਹਸਬੈਂਡ ਸੀਗੇ, ਇਹ ਗੱਲ ਤੁਸੀਂ ਹੁਣ ਬੋਲੀ ਹੈ। ਸੋ ਕਿਵੇਂ ਕੋਈ ਇੱਕ ਸਿਚੁਏਸ਼ਨ ਹੋਵੇ ਜਿਵੇਂ ਤੁਸੀਂ ਬਿਲਕੁਲ ਡਾਊਨ ਹੋ ਗਏ ਹੋ, ਢੇਰੀ ਮਤਲਬ ਢਹਿ ਜਾਂਦੀ ਹੈ ਇਨਸਾਨ ਦੀ। ਚੰਗਾ ਭਲਾ ਇਨਸਾਨ ਵੀ ਮੈਨੂੰ ਲੱਗਦਾ ਕਿ ਉਹਦੀ ਲਾਈਫ ਦੇ ਵਿੱਚ ਦੱਸੇ ਚਾਹੇ ਕਿਸੇ ਨੂੰ ਨਾ, ਪਰ ਕਮਜ਼ੋਰ ਪੈ ਜਾਂਦਾ ਕਈ ਵਾਰੀ ਇਨਸਾਨ। ਤੇ ਤੁਸੀਂ ਕਿਵੇਂ ਉਹ ਸਟਰੈਂਥ ਹੈ ਜਿਹੜੀ ਉਹ ਲੈਂਦੇ ਸੀਗੇ ਆਪਣੇ ਹਸਬੈਂਡ ਤੋਂ? ਮੈਂ ਇਸ ਤਰ੍ਹਾਂ, ਮਤਲਬ ਮੇਰੀ ਬੇਟੀ ਵੀ ਮੈਨੂੰ ਹਮੇਸ਼ਾ ਕਹੇਗੀ ਕਿ ਜਦੋਂ ਮੈਨੂੰ ਕੋਈ ਇਹੋ ਜਿਹਾ ਇੱਕ ਬੜਾ ਸੈਂਸਿਟਿਵ ਡਿਸੀਜਨ ਲੈਣਾ ਹੁੰਦਾ ਸੀ ਤਾਂ ਮੈਂ ਚੁੱਪ ਕਰ ਜਾਂਦੀ ਸੀ, ਮੇਬੀ ਇੱਕ ਦਿਨ ਲਈ ਜਾਂ ਕੁਝ ਇਸ ਤਰ੍ਹਾਂ। ਫਿਰ ਮੈਂ ਆਪਣੇ ਅੰਦਰ ਹੀ ਸੋਚਦੀ ਸੀ ਕਿ ਅਗਰ ਸੁਖਵਿੰਦਰ ਹੁੰਦੇ ਤੇ ਉਹ ਇਹ ਕਰਦੇ, ਮੈਂ ਹੁੰਦੀ, ਮੈਂ ਐਜ਼ ਅ ਲੇਡੀ ਇਹ ਕਰਦੀ, ਉਹ ਐਜ਼ ਅ ਫਾਦਰ ਇਹ ਕਹਿੰਦੇ। ਤੇ ਫਿਰ ਉਹ ਆਪਣੇ ਅੰਦਰ ਹੀ ਇੱਕ ਜੱਦੋ ਜਹਿਦ ਜਿਹਨੂੰ ਕਹਿੰਦੇ ਆ, ਵਾਰਤਾਲਾਪ। ਫਿਰ ਮਤਲਬ ਦਿਸ ਇਜ਼ ਹਾਊ ਮੈਂ ਸੋਚਦੀ ਸੀ ਉਹ ਹੁੰਦਾ ਤੇ ਉਹ ਕੀ ਕਰਦਾ, ਉਹ ਇਸ ਸਿਚੁਏਸ਼ਨ 'ਚੋਂ ਕਿਸ ਤਰ੍ਹਾਂ ਟੈਕਲ ਕਰਦਾ। ਜੀ ਜੀ। ਸੋ ਉਸ ਚੀਜ਼ ਨੂੰ ਮੱਦੇ ਨਜ਼ਰ, ਉਹੀ ਮੈਂ ਕਹਿ ਰਹੀ ਕਿ ਬਹੁਤ ਕਮ ਸਮੇਂ ਲਈ ਉਸ ਬੰਦੇ ਨੇ ਬਹੁਤ ਹੀ ਵੱਡਾ ਇੰਪੈਕਟ ਪਾਇਆ ਮੇਰੀ ਲਾਈਫ ਦੇ ਉੱਪਰ। ਜੀ। ਹੁਣ ਤੱਕ ਵੀ ਹੈ ਉਹ। ਜੀ। ਹਾਂਜੀ।
ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਖਾਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤੁਹਾਡੇ ਲਈ ਸ਼ੁਭ ਇੱਛਾਵਾਂ ਖਾਲਸ ਟੀਵੀ ਦੇ ਵੱਲੋਂ। ਥੈਂਕ ਯੂ, ਸਤਿ ਸ਼੍ਰੀ ਅਕਾਲ। ਆਪਣੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਲੈਫਟੀਨੈਂਟ ਕਰਨਲ ਰਵਿੰਦਰਜੀਤ ਕੌਰ ਰੰਧਾਵਾ ਜੀ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦੀ ਇੱਕ ਮਜ਼ਬੂਤੀ ਵਾਲੀ ਜ਼ਿੰਦਗੀ ਹੈ ਜਿਹੜੀ, ਉਹਨੂੰ ਅਸੀਂ ਜਾਣਿਆ ਹੈ। ਬਹੁਤ ਹੀ ਜਿਹਨੇ ਪ੍ਰੇਰਣਾ ਲੈਣੀ ਹੈ, ਜੋ ਲੈਣਾ ਚਾਹੁੰਦਾ ਹੋਵੇ ਤਾਂ ਅਸੀਂ ਲੈ ਸਕਦੇ ਹਾਂ। ਬਹੁਤ ਕੁਝ ਸਿੱਖਣ ਵਾਲਾ ਹੈ। ਤੇ ਪੰਜਾਬ ਦੇ ਵਿੱਚ ਸਾਡੀਆਂ ਹੋਰ ਵੀ ਬਹੁਤ ਵੀਰ ਨਾਰੀਆਂ ਨੇ ਜਿਨ੍ਹਾਂ ਨੂੰ ਅਸੀਂ ਮਿਲਣਾ ਚਾਹਾਂਗੇ। ਸਾਡਾ ਇਹ ਪ੍ਰੋਗਰਾਮ ਜੇ ਕਿਸੇ ਨੇ ਦੇਖਿਆ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਅਸੀਂ ਜ਼ਰੂਰ ਸਰਕਾਰਾਂ ਨੂੰ ਵੀ ਕਹਾਂਗੇ ਕਿ ਜੋ ਮਾਣ ਸਨਮਾਨ ਇੱਕ ਵੀਰ ਨਾਰੀ ਨੂੰ, ਇੱਕ ਸ਼ਹੀਦ ਦੀ ਫੌਜੀ ਨੂੰ ਮਿਲਣਾ ਚਾਹੀਦਾ ਹੈ, ਉਹ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ। ਜੋ ਉਹਨਾਂ ਦਾ ਮਾਣ ਸਨਮਾਨ ਹੈ ਇੱਕ ਸਮਾਜ ਦੇ ਵਿੱਚ ਹੋਣਾ ਚਾਹੀਦਾ ਹੈ, ਉਹ ਵੀ ਮਿਲਣਾ ਚਾਹੀਦਾ ਹੈ। ਤੇ ਆਰਥਿਕ ਪੱਖੋਂ ਵੀ ਜਿਹੜੀ ਮਦਦ ਹੈ ਉਹ ਜ਼ਰੂਰ ਮਿਲਣੀ ਚਾਹੀਦੀ ਹੈ, ਕਿਉਂਕਿ ਇੱਕ ਇਨਸਾਨ ਦੀ ਜ਼ਿੰਦਗੀ ਦੀ ਬੜੀ ਕੀਮਤ ਹੁੰਦੀ ਹੈ ਇੱਕ ਪਰਿਵਾਰ ਦੇ ਲਈ। ਤੇ ਜਦੋਂ ਉਹ ਇਨਸਾਨ ਉਸ ਪਰਿਵਾਰ ਦੀ ਜ਼ਿੰਦਗੀ ਤੋਂ ਚਲਾ ਜਾਂਦਾ ਤਾਂ ਇੱਕ ਵੱਡਾ ਘਾਟਾ ਪੈ ਜਾਂਦਾ ਹੈ ਜਿਸ ਨੂੰ ਕੋਈ ਵੀ ਕਦੇ ਪੂਰਾ ਨਹੀਂ ਕਰ ਸਕਦਾ। ਸੋ ਮਾਨ ਸਨਮਾਨ ਜ਼ਰੂਰ ਮਿਲਣਾ ਚਾਹੀਦਾ ਤੇ ਅਸੀਂ ਹੋਰ ਵੀ ਵੀਰ ਨਾਰੀਆਂ ਦੇ ਨਾਲ ਇਹਨਾਂ ਪ੍ਰੋਗਰਾਮਾਂ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਰਹਾਂਗੇ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।